ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਕੈਮਿਸਟਰੀ ਦਾ ਅੱਜ ਆਪਾਂ ਲਾਸਟ ਚੈਪਟਰ ਕਰਨ ਜਾ ਰਹੇ ਹਾਂ। ਤਾਂ ਇਹ ਵੱਧ ਤੋਂ ਵੱਧ 2 ਲੈਕਚਰ ਦੇ ਵਿੱਚ ਖਤਮ ਕਰ ਦਾਂਗੇ, ਕਿਉਂਕਿ ਅੱਜ ਮੈਂ ਬਣਾ ਤਾਂ ਇੱਕ 'ਚ ਵੀ ਦਿੰਦਾ, ਪਰ ਇੰਨਾ ਜ਼ਿਆਦਾ ਕਹਿ ਲਓ ਹੁਣ ਬੋਲਿਆ ਨਹੀਂ ਜਾਣਾ, ਤਾਂ ਕਰਕੇ ਹਾਫ ਆਰ ਦੇ ਜਾਂ ਮੰਨ ਕੇ ਚੱਲੋ 40-45 ਮਿੰਟ ਦੇ, ਠੀਕ ਹੈ, 2 ਲੈਕਚਰ ਬਣਾ ਕੇ ਤੇ ਤੁਹਾਡਾ ਚੈਪਟਰ ਹੈ ਜਿਹੜਾ ਕੰਪਲੀਟ ਕਰ ਦਾਂਗੇ। ਕਲੀਅਰ? ਥੋੜੀ ਜਿਹੀ ਵੀਕਨੈਸ ਕਰਕੇ ਤਾਂ ਕਰਕੇ ਬੋਲਿਆ ਨਹੀਂ ਜਾਣਾ, ਤਾਂ ਚਲੋ ਕੋਈ ਗੱਲ ਨਹੀਂ, ਕੱਲ ਆਪਣਾ ਖਤਮ ਕਰ ਦਾਂਗੇ, ਤੁਹਾਡੀ ਕੈਮਿਸਟਰੀ ਹੋ ਜੂਗੀ, ਫਿਰ ਆਪਾਂ MCQ ਕਰ ਲਾਂਗੇ ਜੇ ਕਰਨੇ ਹੋਏ, ਨਹੀਂ ਤਾਂ ਤੁਹਾਨੂੰ ਬਾਇਓ ਸ਼ੁਰੂ ਕਰਾ ਦੂੰਗਾ, ਠੀਕ ਹੈ। ਅੱਜ ਇਹਦੇ ਵਿੱਚ ਕੀ ਹੈ, ਜ਼ਿਆਦਾ ਔਖਾ ਹੈ ਹੀ ਨਹੀਂ। ਇਹ ਲਵਾ ਜਿਹੜਾ ਚੈਪਟਰ ਹੈ ਨਾ, ਬੇਸਿਕ ਹੀ ਹੈ, ਇਹਦੇ ਵਿੱਚ ਜ਼ਿਆਦਾ ਕੁਝ ਵੀ ਔਖਾ ਨਹੀਂ ਹੈਗਾ। ਬਸ ਕਾਰਬਨ ਬਾਰੇ ਗੱਲ ਕਰਾਂਗੇ ਤੇ ਜਿਹੜੇ ਕੰਪਾਊਂਡ ਹੁੰਦੇ ਆ, ਕਿਵੇਂ ਕਿਵੇਂ ਉਹ ਬਣਦੇ ਆ, ਫਾਰਮੇਸ਼ਨ ਹੁੰਦਾ ਉਹਨਾਂ ਦਾ, ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਬਣਾਉਂਦੀਆਂ ਹੈ, ਠੀਕ ਹੈ, ਉਹਨਾਂ ਬਾਰੇ ਗੱਲ ਕਰਾਂਗੇ। ਜ਼ਿਆਦਾ ਔਖਾ ਨਹੀਂ ਹੈਗਾ। ਤਾਂ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ। ਤਾਂ ਸਭ ਤੋਂ ਪਹਿਲਾਂ ਜਿਹੜਾ ਨਾਮ ਹੀ ਇਹਦਾ ਕਾਰਬਨ ਤੋਂ ਹੈ, ਤਾਂ ਕਾਰਬਨ ਤੋਂ ਸ਼ੁਰੂ ਕਰਦੇ ਹਾਂ, ਠੀਕ ਹੈ। ਛੋਟੀਆਂ ਛੋਟੀਆਂ ਚੀਜ਼ਾਂ ਯਾਦ ਰੱਖਣੀਆਂ। ਬਸ ਮੈਂ ਸਵੇਰੇ ਵੀ ਇਹੀ ਕਿਹਾ ਸੀਗਾ ਕਿ ਉਹੀ ਚੀਜ਼ਾਂ ਦੱਸੂਗਾ ਜਿਹੜੀਆਂ ਤੁਹਾਡੇ ਐਗਜ਼ਾਮ ਦੇ ਲੈਵਲ ਦੇ ਅਕੋਰਡਿੰਗ ਹੋਣਗੀਆਂ। ਕਾਰਬਨ, ਕਾਰਬਨ ਮੰਨ ਕੇ ਚੱਲੋ ਉਹੀ ਆਪਣਾ ਲੈਟਿਨ ਵਰਡ ਹੈ। ਲੈਟਿਨ ਵਰਡ ਤੋਂ ਬਣਿਆ ਕਿਹੜੇ ਤੋਂ? ਕਾਰਬੋ ਤੋਂ, ਠੀਕ ਹੈ। ਜਿਹਦਾ ਮਤਲਬ ਕੀ ਹੁੰਦਾ ਆਪਣੇ ਕੋਲੇ? ਉਹਦਾ ਮਤਲਬ ਹੁੰਦਾ ਕੋਲ, ਠੀਕ ਹੈ। ਕਈ ਜਗ੍ਹਾ ਤੇ ਇਹਨੂੰ ਚਾਰਕੋਲ ਵੀ ਕਹਿ ਦਿੰਦੇ ਆ। ਬਸ ਇੰਨਾ ਹੀ ਯਾਦ ਰੱਖਣਾ ਤੁਸੀਂ, ਠੀਕ ਹੈ। ਕਾਰਬਨ ਬੇਸਿਕਲੀ ਹੈ ਕੀ? ਕਾਰਬਨ ਹੈ ਤਾਂ ਐਲੀਮੈਂਟ ਹੀ, ਠੀਕ ਹੈ। ਨੰਬਰ 1 ਤੇ ਕੀ ਹੈ? ਐਲੀਮੈਂਟ ਹੀ ਹੈ। ਲਓ, ਨੰਬਰ 1 ਤੇ ਕੀ ਹੈ? ਇਹ ਐਲੀਮੈਂਟ। ਕਿਹੜਾ ਐਲੀਮੈਂਟ ਹੈ? ਨੰਬਰ 2 ਤੇ ਐਲੀਮੈਂਟ ਹੈਗਾ ਨॉन ਮੈਟਲ। ਨॉन ਮੈਟਲ कहना समझ लो, बस जमा सौखा है, जमा ही सौखा है, ठीक है। क्वेश्चन ਦੇ ਵਿੱਚ ਮੰਤਰ ਨਹੀਂ ਪੜਨੇ ਆਪਾਂ, ਜਿਵੇਂ ਕਹਿ ਦਿੰਦੇ ਆ ਨਾ ਕੈਮਿਸਟਰੀ ਔਖੀ ਹੈ, ਜਮਾ ਸੌਖਾ ਚੈਪਟਰ ਹੈ। ਜਿਵੇਂ ਮੈਟਰ ਵਾਲਾ ਕੀਤਾ ਸੀ ਆਪਾਂ, ਉਹਨੇ ਬਣਿਆ ਕਾਹਦੇ ਤੋਂ ਆ? ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਕਿ ਜਿਹੜੇ ਐਲੀਮੈਂਟ ਹੁੰਦੇ ਆ ਨਾ, ਵੈਸੇ ਤਾਂ ਹਰ ਇੱਕ ਚੀਜ਼ ਐਟਮ ਤੇ ਬਣੀ ਹੁੰਦੀ ਹੈ ਨਾ, ਤੇ ਕਾਰਬਨ ਐਲੀਮੈਂਟ ਹੈ ਜਿਹੜਾ, ਉਹ ਵੀ ਕਾਹਦੇ ਤੋਂ ਬਣਿਆ? ਉਹ ਆਪਣੇ ਐਲੀਮੈਂਟ ਤੋਂ ਹੀ ਮਿਲ ਕੇ ਬਣਿਆ, ਤੇ ਕਾਰਬਨ ਦੇ ਐਲੀਮੈਂਟ ਤੋਂ ਮਿਲ ਕੇ ਬਣਿਆ, ਠੀਕ ਹੈ। ਬਹੁਤ ਸਾਰੇ ਕਾਰਬਨ, ਬਹੁਤ ਸਾਰੇ ਕਾਰਬਨ ਮਿਲ ਕੇ ਕੀ ਬਣਾਉਂਦੇ ਆ? ਮਿਲ ਕੇ ਕਾਰਬਨ ਐਲੀਮੈਂਟ ਬਣਾਉਂਦੇ ਆ, ਠੀਕ ਹੈ। ਕਾਰਬਨ ਐਲੀਮੈਂਟ ਬਣਾਉਂਦੇ ਆ। ਇਹ ਸਾਰੀਆਂ ਚੀਜ਼ਾਂ ਆਪਾਂ ਕੀਤੀਆਂ ਹੋਈਆਂ। ਵੈਸੇ ਮੈਂ ਸਾਰੀਆਂ, ਜਿਹੜਾ ਅੱਜ ਇਸ ਚੈਪਟਰ 'ਚ ਨਾ, ਇਸ ਤੋਂ ਪਹਿਲਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਰਾਈਆਂ ਹੋਈਆਂ। ਅੱਜ ਬਸ ਥੋੜਾ ਜਿਹਾ ਆਪਾਂ ਇਹਨੂੰ ਡਿਟੇਲ 'ਚ ਪੜ੍ਹ ਲਾਂਗੇ। ਤਾਂ ਹੁਣ ਇਹ ਗਰੁੱਪ ਕਿਹੜੇ 'ਚ ਆਉਂਦਾ? ਪੀਰੀਓਡਿਕ ਟੇਬਲ ਦੇ ਗਰੁੱਪ ਬਣੇ ਹੋਏ ਨਾ, ਇਹ ਆਉਂਦਾ ਗਰੁੱਪ 14 ਦੇ ਵਿੱਚ। ਗਰੁੱਪ 14 ਵਿੱਚ ਪੀਰੀਓਡਿਕ ਟੇਬਲ 'ਚ ਆਏ, ਪੀਰੀਓਡਿਕ ਟੇਬਲ ਵਿੱਚ, ਠੀਕ ਹੈ। ਕਿਹੜੀ ਗਰੁੱਪ 'ਚ ਆਉਂਦਾ ਪੀਰੀਓਡਿਕ ਟੇਬਲ ਦੇ? ਗਰੁੱਪ 14 ਦੇ ਵਿੱਚ। ਹੁਣ ਗਰੁੱਪ 14 'ਚ ਆਉਂਦਾ ਨਾ, ਜਿੰਨੇ ਵੀ ਗਰੁੱਪ 14 ਦੇ ਵਿੱਚ ਐਲੀਮੈਂਟ ਹੈਗੇ ਆ, ਠੀਕ ਹੈ, ਗਰੁੱਪ 14 ਦੇ ਬਾਕੀ ਐਲੀਮੈਂਟ ਮਿਲ ਕੇ ਕੀ ਬਣਾਉਂਦੇ ਆ? ਉਹ ਬਣਾਉਂਦੇ ਆ ਆਪਣੇ ਕੋਲੇ ਕਾਰਬਨ ਫੈਮਿਲੀ। ਗਰੁੱਪ 14 ਦੇ ਬਾਕੀ ਸਾਰੇ ਐਲੀਮੈਂਟ ਮਿਲ ਕੇ ਕੀ ਬਣਾਉਂਦੇ ਆ? ਕਾਰਬਨ ਫੈਮਿਲੀ। ਸਮਝ ਲੱਗ ਰਹੀ ਹੈ? ਦੇਖੋ ਗੱਲਾਂ ਹੀ ਆ, ਹੋਰ ਕੁਝ ਵੀ ਨਹੀਂ ਆਪਾਂ ਇਹਦੇ ਵਿੱਚ ਪੜਿਆ ਹੈ ਤਾਂ, ਠੀਕ ਹੈ। ਸਿਰਫ ਤੇ ਸਿਰਫ ਆਪਾਂ ਕੀ ਕੀਤੀਆਂ? ਗੱਲਾਂ ਹੀ ਕੀਤੀਆਂ, ਹੋਰ ਕੁਝ ਵੀ ਹੈ ਨਹੀਂਗਾ। ਕਲੀਅਰ ਹੈ ਨਾ? ਐਲੀਮੈਂਟ ਹੈਗਾ, ਨॉन ਮੈਟਲ ਹੈ। ਉਸ ਤੋਂ ਬਾਅਦ ਕੀ ਹੈ? ਬਹੁਤ ਸਾਰੇ ਕਾਰਬਨ ਮਿਲ ਕੇ ਕੀ? ਬਹੁਤ ਸਾਰੇ ਕਾਰਬਨ ਐਟਮ, ਬਹੁਤ ਸਾਰੇ ਕਾਰਬਨ ਐਟਮ ਮਿਲ ਕੇ ਕੀ ਬਣਾਉਂਦੇ ਆ? ਕਾਰਬਨ ਐਲੀਮੈਂਟ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ? ਉਸ ਤੋਂ ਬਾਅਦ ਹੈਗਾ ਗਰੁੱਪ 14 ਚ ਹੈਗਾ ਇਹ, ਠੀਕ ਹੈ। ਕਿਹੜੇ ਗਰੁੱਪ ਦੇ ਵਿੱਚ ਹੈਗਾ? ਗਰੁੱਪ 14 ਦੇ ਵਿੱਚ। ਉਸ ਤੋਂ ਬਾਅਦ ਕੀ ਹੈ? ਜਿਹੜੇ ਗਰੁੱਪ 14 ਦੇ ਵਿੱਚ ਸਾਰੇ ਹੈਗੇ ਆ, ਉਹ ਮਿਲ ਕੇ ਕੀ ਬਣਾਉਂਦੇ ਆ? ਕਾਰਬਨ ਫੈਮਿਲੀ ਬਣਾਉਂਦੇ ਆ। ਬਸ ਇੰਨਾ ਹੀ ਪੜਿਆ ਹੋਣਾ ਜੋ ਅੱਗੇ, ਠੀਕ ਹੈ। ਇਹਦਾ ਐਟੋਮਿਕ ਨੰਬਰ ਕਿੰਨਾ ਹੁੰਦਾ? ਪਹਿਲਾਂ ਇਹਨੂੰ, ਇਹਦਾ ਸਿੰਬਲ ਕੀ ਹੈ? ਕਾਰਬਨ ਦਾ ਜੇ ਸਿੰਬਲ ਤੁਹਾਡੇ ਤੋਂ ਕੋਈ ਪੁੱਛ ਲੇ ਬਿਲਕੁਲ ਬੇਸਿਕ ਦੇ ਵਿੱਚ, ਇਹਦਾ ਸਿੰਬਲ ਕੀ ਹੈ ਆਪਣੇ ਕੋਲੇ? ਸਿੰਬਲ ਹੈਗਾ ਆਪਣੇ ਕੋਲੇ C, ਠੀਕ ਹੈ। ਹੁਣ ਆ ਜੋ ਇਹਦੇ ਐਟੋਮਿਕ ਨੰਬਰ ਤੇ, ਇਹਦਾ ਐਟੋਮਿਕ ਨੰਬਰ ਕੀ ਹੈ? ਇਹਦਾ ਐਟੋਮਿਕ ਨੰਬਰ ਆਪਣੇ ਕੋਲ ਕੀ ਹੈਗਾ? ਉਹ ਹੈਗਾ 6। ਹੁਣ ਆ ਜੋ ਇਹਦੇ ਵਿੱਚ ਐਟੋਮਿਕ ਮਾਸ ਕੀ ਹੈ ਆਪਣੇ ਕੋਲ? ਐਟੋਮਿਕ ਮਾਸ ਹੈਗਾ ਆਪਣੇ ਕੋਲੇ 12। ਇੰਨਾ ਪਤਾ ਲੱਗ ਗਿਆ ਕਿ ਐਟੋਮਿਕ ਮਾਸ ਕਿੰਨਾ ਹੈ? 12 ਹੈ। ਤੇ ਐਟੋਮਿਕ ਨੰਬਰ ਕੀ ਹੈ? 6 ਹੈ। ਉਹਨੂੰ ਡਿਨੋਟ ਕਿਵੇਂ ਕਰਦੇ ਆ? ਐਟੋਮਿਕ ਨੰਬਰ ਨੂੰ ਜ਼ਿਆਦਾਤਰ ਜਿਹੜੇ ਡਿਨੋਟ ਕਰਦੇ ਹੁੰਦੇ ਆ ਨਾ, ਉਹਨੂੰ ਕਰਦੇ ਹੁੰਦੇ ਆ Z ਨਾਲ, ਠੀਕ ਹੈ, Z ਕਹਿ ਦਿੰਦੇ ਆ ਜਿਹਨੂੰ। ਉਸ ਤੋਂ ਬਾਅਦ ਇਹਨੂੰ ਕਾਹਦੇ ਨਾਲ ਕਰਦੇ ਹੁੰਦੇ ਆ? ਇਹਨੂੰ A ਨਾਲ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਬਸ ਇਹੀ ਯਾਦ ਰੱਖਣੀਆਂ ਆਪਾਂ। ਹੁਣ ਆ ਜਾਓ ਆਪਾਂ ਅੱਗੇ। ਮੈਂ ਉਹਦੇ ਦੱਸਿਆ ਸੀ ਨਾ
ਕਿ ਸੈੱਲ ਹੈ, ਸੈੱਲ ਦੇ ਸੈਂਟਰ ਵਿੱਚ ਕੀ ਹੁੰਦਾ? ਨਿਊਕਲੀਅਸ ਹੁੰਦਾ। ਮੈਂ ਦੁਬਾਰਾ ਮੈਂ ਪਹਿਲਾਂ ਵੀ ਕਿਹਾ ਹੈ ਕਿ ਸਾਰੀਆਂ ਚੀਜ਼ਾਂ ਕਰਾਈਆਂ ਹੋਈਆਂ। ਇਹਦੇ ਸੈਂਟਰ ਵਿੱਚ ਕੀ ਹੁੰਦਾ? ਨਿਊਕਲੀਅਸ ਹੁੰਦਾ। ਨਿਊਕਲੀਅਸ ਦੇ ਵਿੱਚ ਕਿਹੜੀਆਂ-ਕਿਹੜੀਆਂ ਦੋ ਚੀਜ਼ਾਂ ਮਿਲ ਜਾਂਦੀਆਂ ਤੁਹਾਨੂੰ? ਪ੍ਰੋਟੋਨ ਮਿਲ ਜਾਂਦੇ ਆ ਤੇ ਨਿਊਟਰੋਨ ਮਿਲ ਜਾਂਦੇ ਆ। ਇਹਦੇ ਆਸ-ਪਾਸ ਕੀ ਹੁੰਦੇ ਆ ਆਪਣੇ ਕੋਲੇ? ਇਹਦੇ ਆਸ-ਪਾਸ ਹੁੰਦੇ ਆ ਆਪਣੇ ਕੋਲੇ એનર્ਜੀ ਸ਼ੈਲਸ, એનર્ਜੀ ਸ਼ੈਲ ਹੁੰਦੇ ਆ। ਤੇ ਉਹਨਾਂ એનર્ਜੀ ਸ਼ੈਲ ਦੇ ਵਿੱਚ ਕੀ ਹੁੰਦੇ ਆ? ਉਹਨਾਂ એનર્ਜੀ ਸ਼ੈਲ ਦੇ ਵਿੱਚ ਹੁੰਦੇ ਆ ਇਲੈਕਟ੍ਰੋਨ, ਜਿਨ੍ਹਾਂ ਤੇ ਕਿਹੜਾ ਚਾਰਜ ਹੁੰਦਾ? ਨੈਗੇਟਿਵ। ਤੇ ਪ੍ਰੋਟੋਨ ਤੇ ਕਿਹੜਾ ਚਾਰਜ ਹੁੰਦਾ? ਪੋਜ਼ਿਟਿਵ। ਕਲੀਅਰ ਹੋ ਗਿਆ? ਇਹ ਕਿਉਂ ਦੱਸ ਰਹੇ? ਕਿਉਂਕਿ ਇਹੀ ਚੀਜ਼ਾਂ ਸਾਰੀਆਂ ਇਸ ਚੈਪਟਰ 'ਚ ਚੱਲਣੀਆਂ। ਉਹ ਵੀ ਕੋਈ ਇੰਨਾ ਲੈਂਥੀ ਨਹੀਂ ਹੈਗਾ, ਥੋੜਾ ਹੀ ਹੈ। ਤਾਂ ਹੁਣ ਆਪਣੇ ਕੋਲ ਕੀ ਹੈ? ਨੰਬਰ ਆਫ ਪ੍ਰੋਟੋਨ। ਨੰਬਰ ਆਫ ਪ੍ਰੋਟੋਨ ਕਿੰਨੇ ਕਾਰਬਨ ਦੇ ਵਿੱਚ? ਉਹ ਹੈਗੀ ਹੈ 6 ਆਪਣੇ ਕੋਲ, ਠੀਕ ਹੈ। ਤੇ ਨੰਬਰ ਆਫ ਇਲੈਕਟ੍ਰੋਨ ਵੀ ਫਿਰ ਕਿੰਨੇ ਆ? ਨੰਬਰ ਆਫ ਇਲੈਕਟ੍ਰੋਨ ਵੀ ਕਿੰਨੇ ਹੋ ਗਏ ਆਪਣੇ ਕੋਲੇ? ਉਹ ਹੋ ਗਏ ਆਪਣੇ ਕੋਲੇ 6, ਠੀਕ ਹੈ। ਨੰਬਰ ਆਫ ਪ੍ਰੋਟੋਨ ਤੇ ਨੰਬਰ ਆਫ ਇਲੈਕਟ੍ਰੋਨ ਕਿੰਨੇ ਹੋ ਗਏ? 6 ਹੋ ਗਏ ਆਪਣੇ ਕੋਲੇ। ਹੁਣ ਦੇਖੋ, ਤੁਹਾਨੂੰ ਮੈਂ ਉਹਦੇ ਦੱਸਿਆ ਸੀ ਨਾ ਕਿ ਕਿਹੜੀਆਂ ਦੋ ਚੀਜ਼ਾਂ ਮਿਲ ਕੇ ਮਾਸ ਬਣਾਉਂਦੀਆਂ, ਠੀਕ ਹੈ। ਕਿਹੜੀਆਂ ਦੋ ਚੀਜ਼ਾਂ ਜਿਹੜੀਆਂ ਮਿਲ ਕੇ ਐਟੋਮਿਕ ਮਾਸ ਬਣਾਉਂਦੀਆਂ ਹੁੰਦੀਆਂ? ਤਾਂ ਉਹ ਬਣਾਉਂਦੀਆਂ ਆਪਣੇ ਕੋਲੇ ਪ੍ਰੋਟੋਨ ਤੇ ਨਿਊਟਰੋਨ, ਠੀਕ ਹੈ। ਨੰਬਰ ਆਫ ਨਿਊਟਰੋਨ, ਠੀਕ ਹੈ। ਹੁਣ ਇਹਨਾਂ ਨੂੰ ਉਹ ਵੀ ਕਿੰਨਾ ਹੈ? 6। ਤੇ ਇਹਨਾਂ ਦੋਵਾਂ ਨੂੰ ਮਿਲਾਵਾਂਗੇ ਤਾਂ ਕਿੰਨਾ ਬਣ ਜੂ? 12। ਉਹ ਕੀ ਹੈ ਆਪਣੇ ਕੋਲੇ? ਐਟੋਮਿਕ ਮਾਸ। ਇਹ ਮੈਂ ਕਰਾਇਆ ਹੋਇਆ ਨਾ, ਕੁਐਸਚਨ ਵੀ ਕਰਾਇਆ ਸੀ ਤੁਹਾਨੂੰ ਕਿ ਕਿਸੇ ਵੀ ਐਲੀਮੈਂਟ ਦਾ ਜਾਂ ਐਟਮ ਦਾ, ਠੀਕ ਹੈ, ਐਟੋਮਿਕ ਨੰਬਰ ਉਸ ਐਟਮ ਵਿੱਚ ਮੌਜੂਦ ਪ੍ਰੋਟੋਨ ਦੇ ਬਰਾਬਰ ਹੁੰਦਾ। ਕਿਸੇ ਵੀ ਐਲੀਮੈਂਟ, ਦੁਬਾਰਾ ਫਿਰ ਸੁਣ ਲਓ, ਕਿਸੇ ਵੀ ਐਲੀਮੈਂਟ ਦਾ ਜਾਂ ਐਟਮ ਦਾ, ਠੀਕ ਹੈ, ਜਿਹੜਾ ਐਟੋਮਿਕ ਨੰਬਰ ਹੁੰਦਾ ਨਾ, ਉਹਦੇ ਐਟਮ ਦੇ ਵਿੱਚ ਮੌਜੂਦ ਜਿਹੜੇ ਪ੍ਰੋਟੋਨ ਹੁੰਦੇ ਨਾ, ਉਹਨਾਂ ਦੇ ਬਰਾਬਰ ਹੁੰਦਾ। ਕਲੀਅਰ ਹੋ ਗਿਆ ਆਨੰਦ? ਤੇ ਹੁਣ ਵੇਖੋ, ਇਹਦੇ ਵਿੱਚ ਪ੍ਰੋਟੋਨ ਕਿੰਨੇ ਆ? 6 ਹੈ। ਤਾਂ ਇਹਦਾ ਐਟੋਮਿਕ ਨੰਬਰ ਕਿੰਨਾ? 6 ਹੈ। ਕਲੀਅਰ ਹੋ ਗਿਆ? ਦੁਬਾਰਾ ਫਿਰ ਸੁਣੋ, ਆਪਾਂ ਕੀ ਕੀਤਾ ਹੈ। ਕਾਰਬਨ ਇੱਕ ਨੋਨ ਮੈਟਲ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਕੀ ਪੜਿਆ ਸੀਗਾ? ਇਹ ਐਲੀਮੈਂਟ ਹੁੰਦਾ ਇੱਕ, ਕਿਹੜਾ? ਨੋਨ ਮੈਟਲ ਹੈ ਨਾ। ਐਲੀਮੈਂਟ ਹੁੰਦਾ ਕਿ ਕਾਹਦਾ ਬਣਿਆ ਹੁੰਦਾ? ਕਾਰਬਨ ਦੇ ਬਹੁਤ ਸਾਰੇ ਐਟਮ ਹੈ ਜਿਹੜੇ ਮਿਲ ਕੇ ਕੀ ਬਣਾਉਂਦੇ ਆ? ਕਾਰਬਨ ਬਣਾਉਂਦੇ ਆ। ਉਸ ਤੋਂ ਬਾਅਦ ਕੀ ਕਹਿੰਦਾ? ਸਿੰਬਲ ਕੀ ਹੈ? ਦੇਖ ਲਓ, ਐਟੋਮਿਕ ਨੰਬਰ 6 ਹੈ। ਜ਼ਿਆਦਾ ਇਹਦੇ ਵਿੱਚ 6 ਚੀਜ਼ਾਂ ਹੀ ਵਰਕਿੰਗ ਕਰਦੀਆਂ, ਠੀਕ ਹੈ। ਐਟੋਮਿਕ ਨੰਬਰ ਵੀ 6 ਹੈ। ਮਾਸ ਕਿੰਨਾ? 12। ਪ੍ਰੋਟੋਨ ਤੇ ਨਿਊਟਰੋਨ ਜਿਹੜੇ ਮਿਲ ਕੇ ਮਾਸ ਬਣਾਉਂਦੇ ਆ, ਤੇ ਜਿੰਨੇ ਪ੍ਰੋਟੋਨ ਆ ਉਹੀ ਉਹਦਾ ਐਟੋਮਿਕ ਨੰਬਰ ਮੰਨਿਆ ਜਾਂਦਾ ਮੋਸਟ ਆਫ ਦੀ ਟਾਈਮ, ਠੀਕ ਹੈ। ਨੰਬਰ ਆਫ ਨਿਊਟਰੋਨ ਕਿੰਨੇ ਆ? 6 ਹੀ ਹੈ। ਜਿਹੜਾ ਨਿਊਕਲੀਅਸ ਹੁੰਦਾ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਪ੍ਰੋਟੋਨ ਤੇ ਨਿਊਟਰੋਨ। ਇਲੈਕਟ੍ਰੋਨ ਆ ਜਿਹੜੇ એનર્ਜੀ ਸ਼ੈਲ ਦੇ ਵਿੱਚ ਹੁੰਦੇ ਆ। ਹੁਣ ਆ ਜਾਓ ਅੱਗੇ ਕਿ ਜਿਹੜੇ ਕਹਿ ਲਓ ਨਿਊਕਲੀਅਸ ਦੇ ਨੇੜੇ ਤੇੜੇ ਵਾਲੇ ਸ਼ੈਲ ਹੁੰਦੇ ਆ, ਉਹਨਾਂ ਨੂੰ ਕੀ ਕਹਿੰਦੇ ਆਪਾਂ? ਉਹਨਾਂ ਨੂੰ ਕਹਿੰਦੇ ਆਪਾਂ ਕੇ ਸ਼ੈਲ, ਠੀਕ ਹੈ। ਕਰਾਇਆ ਸੀ ਨਾ ਕਿ ਉਹਨਾਂ ਨੂੰ ਕੀ ਕਹਿੰਦੇ ਆ? ਕੇ ਸ਼ੈਲ ਕਹਿੰਦੇ ਆ। ਹੁਣ ਆਪਣੇ ਕੋਲ ਕੀ ਆ ਅੱਗੋਂ? ਕਿਸੇ ਵੀ ਇਹਨਾਂ ਦਾ ਪਤਾ ਲੱਗ ਗਿਆ ਨਾ ਕਿ ਕਿਸੇ ਵੀ ਨਿਊਕਲੀਅਸ ਦੇ ਅੰਦਰ ਦੋ ਚੀਜ਼ਾਂ ਪਾਈਆਂ ਜਾਂਦੀਆਂ, ਠੀਕ ਹੈ। ਹੁਣ ਆ ਜਾਓ ਅੱਗੇ, ਇੱਕ ਮੋਸਟ ਇੰਪੋਰਟੈਂਟ ਕੁਐਸਚਨ ਇਸ ਤੋਂ ਪਹਿਲਾਂ, ਕੇ ਸ਼ੈਲ ਤੋਂ ਪਹਿਲਾਂ, ਜਿਹੜਾ ਤੁਹਾਨੂੰ ਐਗਜ਼ਾਮ 'ਚ ਪੁੱਛਿਆ ਜਾ ਸਕਦਾ, ਠੀਕ ਹੈ। ਐਟਮ ਦੇ ਧਿਆਨ ਨਾਲ ਸੁਣ ਲਿਓ, ਸਬ ਐਟੋਮਿਕ ਪਾਰਟੀਕਲ ਕਿੰਨੇ ਹੁੰਦੇ ਆ? ਸਬ ਐਟੋਮਿਕ ਪਾਰਟੀਕਲ ਮਤਲਬ ਐਟਮ ਨੂੰ ਹੋਰ ਕਿੰਨੇ, ਜਿਹੜਾ ਛੋਟੇ ਛੋਟੇ ਹਿੱਸਿਆਂ 'ਚ ਵੰਡਿਆ ਜਾਂਦਾ, ਤਾਂ ਉਹ ਆਪਣੇ ਕੋਲ ਕੀ ਆਊਗਾ? 3, ਠੀਕ ਹੈ। ਇਸ ਤਰ੍ਹਾਂ ਕਿਹੜੇ ਕਿਹੜੇ ਉਹ ਹੁੰਦੇ ਆਪਣੇ ਕੋਲੇ? ਨਿਊਟਰੋਨਸ ਹੁਣੇ ਦੱਸ ਕੇ ਹਟਿਆ ਮੈਂ, ਠੀਕ ਹੈ। ਇਹ ਮੈਂ ਤਾਂ ਪਹਿਲਾਂ ਦੱਸਤਾ ਸੀਗਾ ਕਿਉਂਕਿ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਮੈਂ ਕਰਾਈਆਂ ਹੋਈਆਂ, ਇਹੀ ਚੀਜ਼ਾਂ ਸਾਰੀਆਂ ਉਹਦੇ ਵਿੱਚ ਹੈਗੀਆਂ। ਨਾਲ ਕੀ ਹੈ? ਇਲੈਕਟ੍ਰੋਨਸ। ਕਲੀਅਰ ਹੈ? ਇਹ ਹੁੰਦੇ ਆ ਐਟਮ ਦੇ ਸਬ ਪਾਰਟੀਕਲਸ। ਕਲੀਅਰ ਹੋ ਗਿਆ? ਹੁਣ ਦੇਖੋ ਅੱਗੋਂ ਕੀ ਆਪਣੇ ਕੋਲੇ? ਜਦੋਂ ਐਟਮ, ਧਿਆਨ ਨਾਲ ਦੇਖ ਲਿਓ, ਜਦੋਂ ਐਟਮ, ਠੀਕ ਹੈ, ਨਿਊਟਰਲ ਹੁੰਦਾ, ਠੀਕ ਹੈ, ਨਿਊਟਰਲ ਹੁੰਦਾ ਇੱਕ, ਕਹਿ ਲਓ ਰੈਸਟ ਫਾਰਮ ਦੇ ਵਿੱਚ, ਬਸ ਇਹ ਮੰਨ ਲਓ ਰੈਸਟ ਫਾਰਮ ਦੇ ਵਿੱਚ ਹੁੰਦਾ। ਕਿਉਂ ਰੈਸਟ ਫਾਰਮ ਕਿਉਂ ਕਹੀ ਹੈ ਮੈਂ? ਕਿਉਂਕਿ ਨਾ ਤਾਂ ਉਹਦੇ ਤੇ ਜ਼ਿਆਦਾ ਪੋਜ਼ਿਟਿਵ ਚਾਰਜ ਹੁੰਦਾ ਤੇ ਨਾ ਹੀ ਉਹਦੇ ਤੇ ਜ਼ਿਆਦਾ ਨੈਗੇਟਿਵ ਚਾਰਜ ਹੁੰਦਾ। ਦੋਨੋਂ ਚੀਜ਼ਾਂ ਬਰਾਬਰ ਹੁੰਦੀਆਂ। ਤੇ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਕੌਣ ਦਿੰਦਾ? ਪ੍ਰੋਟੋਨ ਤੇ ਇਲੈਕਟ੍ਰੋਨ। ਪ੍ਰੋਟੋਨ ਤੇ ਕਿਹੜਾ ਹੁੰਦਾ? ਪੋਜ਼ਿਟਿਵ। ਤੇ ਇਲੈਕਟ੍ਰੋਨ ਤੇ ਕਿਹੜਾ ਹੁੰਦਾ? ਨੈਗੇਟਿਵ, ਠੀਕ ਹੈ। ਹੁਣ ਜੇ ਮੰਨ ਲਓ ਕਹਿ ਲਓ ਕਿ ਪ੍ਰੋਟੋਨ ਕਿੰਨੇ ਹੁੰਦੇ ਆ ਐਟਮ ਕਾਰਬਨ ਦੇ ਵਿੱਚ? 6। ਇਲੈਕਟ੍ਰੋਨ ਵੀ ਕਿੰਨੇ ਹੁੰਦੇ ਆ? 6। ਤਾਂ ਉਹ ਕਿਹੜੀ ਸਟੇਟ ਦੇ ਵਿੱਚ ਹੈ? ਨਿਊਟਰਲ ਹੈ। ਓਬਵੀਅਸ ਜੀ ਗੱਲ ਹੈ ਕਿ ਉਹ ਨਿਊਟਰਲ ਹੈ, ਠੀਕ ਹੈ। ਜਦੋਂ ਦੋਵੇਂ ਚੀਜ਼ਾਂ ਬਰਾਬਰ ਹੁੰਦੀਆਂ, ਇਲੈਕਟ੍ਰੋਨ ਤੇ ਜਿਹੜਾ ਨੈਗੇਟਿਵ ਚਾਰਜ ਤੇ ਪ੍ਰੋਟੋਨ ਤੇ ਪਲੱਸ ਚਾਰਜ ਹੈ ਜਿਹੜਾ ਉਹ ਬਰਾਬਰ ਹੁੰਦੇ ਆ,
ਉਦੋਂ ਕੀ ਹੈ, ਪਾਰਟੀਕਲ ਬਰਾਬਰ ਹੋਣਗੇ ਨਾ ਜਦੋਂ, ਉਦੋਂ ਚਾਰਜਰ ਕੀ ਹੈ, ਮੰਨ ਲਓ ਆ 5 ਹੈ, ਆ 6 ਹੈ ਤੇ ਆ 6 ਹੈ, ਪੋਜ਼ਿਟਿਵ ਨੈਗੇਟਿਵ ਕੱਟਿਆ ਗਿਆ ਤੇ ਉਹ ਕੀ ਹੈ 1 ਨਿਊਟਰਲ ਹੋ ਗਿਆ। ਕਲੀਅਰ ਹੋਈ ਜਾਂਦੀਆਂ ਚੀਜ਼ਾਂ, ਬੇਸਿਕ ਹੈ, ਕੁਝ ਵੀ ਹੈ ਨਹੀਂਗਾ। ਨੰਬਰ ਆਫ ਇਲੈਕਟ੍ਰੋਨ ਵੀ ਕੀ ਹੈ 6 ਹੀ ਹੈ, ਤਾਂ ਨੰਬਰ ਆਫ ਪ੍ਰੋਟੋਨ ਵੀ ਕੀ ਹੈ 6 ਹੈ, ਤਾਂ ਉਹ ਕੀ ਹੈ ਨਿਊਟਰਲ ਹੈ। ਅੱਗੇ ਚੱਲੀਏ ਹੁਣ ਦੇਖੋ, ਹੁਣ ਆਪਾਂ ਚੱਲਦੇ ਹਾਂ ਸ਼ੈਲਸ ਤੇ। એનર્ਜੀ ਸ਼ੈਲ ਹੁੰਦੇ ਆ ਜਿਹੜੇ ਨਿਊਕਲੀਅਸ ਦੇ ਆਸ-ਪਾਸ, ਠੀਕ ਹੈ, ਤੇ ਜਿਹੜੇ ਕਹ ਲਓ ਨਿਊਕਲੀਅਸ ਦੇ ਐਟਮ ਦੇ ਅੰਦਰ ਜਿਹੜੇ ਨਿਊਕਲੀਅਸ ਹੁੰਦਾ ਨਾ, ਉਹਦੇ ਆਸ-ਪਾਸ એનર્ਜੀ ਸ਼ੈਲ ਹੁੰਦੇ ਜਿਹੜੇ, ਉਹ ਕੀ ਹੈ ਜਿੰਨੇ ਜਿਹੜੇ ਨੇੜੇ ਵਾਲੇ ਹੁੰਦੇ ਆ, ਠੀਕ ਹੈ, ਜਿੰਨੇ ਵੀ ਨੇੜੇ ਵਾਲੇ ਹੁੰਦੇ ਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਉਹਨਾਂ ਨੂੰ ਕਹਿੰਦੇ ਆ ਕੇ ਸ਼ੈਲ। ਇਹਨਾਂ ਦੀ ਕੈਪੈਸਿਟੀ ਕਿੰਨੀ ਹੁੰਦੀ ਹੈ, ਮੈਕਸਿਮਮ 2 ਹੁੰਦੀ ਹੈ, ਠੀਕ ਹੈ। 2 ਕੈਪੈਸਿਟੀ ਕਾਹਦੀ ਹੁੰਦੀ ਹੈ, 2 ਕੈਪੈਸਿਟੀ ਹੁੰਦੀ ਹੈ ਇਲੈਕਟ੍ਰੋਨ ਰੱਖਣ ਦੀ। ਇਹ ਆਪਣੇ ਅੰਦਰ ਮੈਕਸਿਮਮ 2 ਇਲੈਕਟ੍ਰੋਨ ਸਮਾ ਕੇ ਰੱਖ ਸਕਦੇ ਆ, ਠੀਕ ਹੈ। ਵੀ ਜੇ ਇਹਨਾਂ ਨੂੰ ਕੋਈ ਕਹਿ ਦੂਗਾ ਨਾ ਅਸੀਂ ਕਿੰਨੇ, ਹੁਣ ਦੇਖੋ ਇਲੈਕਟ੍ਰੋਨ ਕਾਰਬਨ 'ਚ ਕਿੰਨੇ, ਆਪਾਂ ਕਾਰਬਨ ਨੂੰ ਲੈ ਕੇ ਚੱਲਾਂਗੇ ਹਰ ਥਾਂ ਤੇ ਤਾਂ ਜੋ ਤੁਹਾਨੂੰ ਕਾਰਬਨ ਵੀ ਨਾਲ ਕਲੀਅਰ ਹੋ ਜਾਏ। ਕਾਰਬਨ 'ਚ ਕਿੰਨੇ ਆ 6 ਹੈ, ਤਾਂ ਇਹਦੇ ਕੇ ਸ਼ੈਲ ਦੇ ਵਿੱਚ ਕਿੰਨੇ ਹੋਣਗੇ 2, ਤੇ ਬਾਕੀ ਕਿੰਨੇ ਰਹਿ ਗਏ, ਫਿਰ ਬਾਕੀ ਰਹਿ ਗਏ 4, ਠੀਕ ਹੈ। ਕੇ ਸ਼ੈਲ ਤੋਂ ਬਾਅਦ ਬਾਹਰ ਵਾਲਾ ਹੁੰਦਾ ਜਿਹੜਾ, ਉਹ ਕੀ ਹੁੰਦਾ ਆਪਣੇ ਕੋਲੇ ਐਲ ਸ਼ੈਲ, ਠੀਕ ਹੈ। ਉਹਦੀ ਕੈਪੈਸਿਟੀ ਕਿੰਨੀ ਹੁੰਦੀ ਹੈ ਆਪਣੇ ਕੋਲੇ 8 ਹੁੰਦੀ ਹੈ, ਤੇ ਉਹਨੂੰ ਜਿਹੜਾ ਜਮਾ ਐਟਮ ਦੇ ਆਊਟਰ ਮੋਸਟ ਕਵਰੇਜ ਤੇ ਹੁੰਦਾ ਨਾ, ਆਊਟਰ ਮੋਸਟ ਮਤਲਬ ਜਮਾ ਬਾਹਰ ਵਾਲੇ ਪਾਸੇ ਹੁੰਦਾ ਨਾ ਜਿਹੜਾ ਸ਼ੈਲ, ਉਹਨੂੰ ਕਹਿੰਦੇ ਆ ਵੈਲੈਂਸ ਸ਼ੈਲ। ਵੈਲੈਂਸ ਸ਼ੈਲ ਜਾਂ ਵੈਲੈਂਸ ਸ਼ੈਲ ਵੀ ਕਹਿ ਦਿੰਦੇ, ਵੈਲੈਂਸ ਸ਼ੈਲ ਵੀ ਕਹਿ ਦਿੰਦੇ, ਠੀਕ ਹੈ। ਜਿਹੜਾ ਜਮਾ ਵਾਲਾ ਬਾਹਰ ਵਾਲਾ ਹੁੰਦਾ ਨਾ, ਉਹਨੂੰ ਕੀ ਕਹਿੰਦੇ ਆ ਵੈਲੈਂਸ ਸ਼ੈਲ। ਕਲੀਅਰ ਹੋ ਗਿਆ ਹੁਣ। ਤੇ ਹੁਣ ਦੇਖੋ ਅੱਗੇ ਚੱਲਦੇ ਆ, ਹੁਣ ਆ ਜਾਓ ਅੱਗੇ। 6 ਇਲੈਕਟ੍ਰੋਨ ਹੁੰਦੇ ਆ, ਠੀਕ ਹੈ। 2 ਕਾਹਦੇ ਚ ਹੁੰਦੇ ਆ ਕੇ ਸ਼ੈਲ ਦੇ ਵਿੱਚ, ਤੇ 4 ਕਾਹਦੇ ਚ ਹੁੰਦੇ ਆ ਐਲ ਸ਼ੈਲ ਦੇ ਵਿੱਚ। ਤੇ ਇਹਨੂੰ ਕੀ ਕਵਾਂਗੇ ਆਪਾਂ, ਇਲੈਕਟ੍ਰੋਨਿਕ ਕਨਫੀਗਰੇਸ਼ਨ, ਇਲੈਕਟ੍ਰੋਨਿਕ ਜਾਂ ਐਟੋਮਿਕ, ਠੀਕ ਹੈ, ਜ਼ਿਆਦਾ ਐਟੋਮਿਕ ਵੀ ਚੱਲਦਾ ਹੈ, ਕਨਫੀਗਰੇਸ਼ਨ। ਕਲੀਅਰ ਹੈ, ਇੰਨਾ ਕਲੀਅਰ ਹੋ ਗਿਆ। ਇਹਨੂੰ ਕੀ ਕਵਾਂਗੇ ਆਪਾਂ, ਐਟੋਮਿਕ ਕਨਫੀਗਰੇਸ਼ਨ। ਚਲੋ ਹੁਣ ਚੱਲਦੇ ਹਾਂ ਆਪਾਂ ਅੱਗੇ। ਹੁਣ ਕੀ ਕਰਨਾ, ਹੁਣ ਉਨਾ ਚਿਰ ਕੋਈ ਵੀ ਐਟਮ ਹੈ ਨਾ ਜਿਹੜਾ, ਉਹ ਸਟੇਬਲ ਨਹੀਂ ਹੋ ਸਕਦਾ। ਨਿਊਟਰਲ ਤਾਂ ਹੈਗਾ ਪਰ ਇਹ ਸਟੇਬਲ ਨਹੀਂ ਉਹਨਾਂ ਚਿਰ ਹੋ ਸਕਦਾ ਜਿੰਨਾ ਚਿਰ ਇਹਦੇ ਆਊਟਰ ਮੋਸਟ, ਠੀਕ ਹੈ, ਜਿਹੜਾ ਕਹਿ ਲਓ ਸ਼ੈਲ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਵੈਲੈਂਸ ਸ਼ੈਲ, ਠੀਕ ਹੈ, ਉਹਨਾਂ ਚਿਰ ਉਹ ਸਟੇਬਲ ਨਹੀਂ ਹੋ ਸਕਦਾ ਜਿੰਨਾ ਚਿਰ ਉਹਦੇ ਵੈਲੈਂਸ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਨਹੀਂ ਹੈਗੇ 8, ਕਿਉਂਕਿ ਜੇ 8 ਦੀ ਉਹਦੀ ਕੈਪੈਸਿਟੀ ਆ ਉਹਦੇ ਵਿੱਚ 8 ਹੋਣਗੇ ਤਾਂ ਹੀ ਉਹ ਸਟੇਬਲ ਹੋਊਗਾ ਜੀ, ਅਸੀਂ ਤਾਂ ਠੀਕ ਆ, ਠੀਕ ਹੈ। ਤਾਂ ਕਰਕੇ ਹੁਣ ਕੀ ਹੈ, ਉਹਨੂੰ ਕੀ ਕਹਿੰਦੇ ਆ ਕਿ ਓਕਟੇਟ ਪੂਰਾ ਕਰਦਾ ਆਪਦਾ, ਠੀਕ ਹੈ, ਜਾਂ ਡੁਪਲੇਟ। ਓਕਟੇਟ ਦਾ ਪੂਰਾ ਕਰਨਾ, ਓਕਟੇਟ ਜਾਂ ਡੁਪਲੇਟ ਪੂਰਾ ਕਰਨਾ, ਮਤਲਬ ਉਹ ਸਟੇਬਲ ਹੋਣਾ ਉਹਨੇ, ਠੀਕ ਹੈ। ਸਟੇਬਲ ਕਿਵੇਂ ਹੋਊਗਾ, ਫਿਰ 8 ਸੈੱਲ ਜਿਹੜੇ ਹੈਗੇ 8 ਇਲੈਕਟ੍ਰੋਨ ਉਹਨਾਂ ਨੂੰ ਲੈ ਕੇ ਹੋਊਗਾ, ਠੀਕ ਹੈ। ਹੁਣ ਦੇਖੋ ਤੁਹਾਨੂੰ ਮੈਂ ਇੱਕ ਚੀਜ਼ ਦੱਸੀ ਸੀ ਮੈਟਲ ਤੇ ਨੋਨ ਮੈਟਲ ਵਾਲੇ ਵਿੱਚ, ਜੇ ਬੱਚਿਆਂ ਨੂੰ ਯਾਦ ਹੋਵੇ ਤਾਂ, ਕਿ ਮੈਟਲ ਹੁੰਦੇ ਆ ਜਿਹੜੇ 1 2 3 ਤੇ ਇਲੈਕਟ੍ਰੋਨ ਡੋਨੇਟਰ ਵੀ ਕਿਹਾ ਜਾਂਦਾ ਉਹਨਾਂ ਨੂੰ, ਤੇ ਜਿਹੜੇ ਹੁੰਦੇ ਆਪਣੇ ਕੋਲੇ ਨੋਨ ਮੈਟਲ ਉਹ ਹੁੰਦੇ ਆ 5 6 7, ਉਹਨਾਂ ਨੂੰ ਕਿਹਾ ਜਾਂਦਾ ਗਿਨਰ। ਪਰ ਇੱਥੇ ਕੰਸੈਪਟ ਜਮਾਂ ਹੀ ਵਿੱਚ ਵਿਚਾਲੇ ਵਾਲਾ ਹੋ ਗਿਆ, ਠੀਕ ਹੈ। ਨਾ ਤਾਂ 1 2 3 ਹੈ, ਨਾ ਇਹ ਮੈਟਲ ਹੈ, ਨੋਨ ਮੈਟਲ ਦਾ 5 6 7 ਨਹੀਂ, ਮਤਲਬ ਇਹ ਲੈ ਵੀ ਨਹੀਂ ਸਕਦਾ ਹੋਰ, ਠੀਕ ਹੈ। ਦੇਖੋ 4 ਹੈ, 4 ਜੇ ਰਿਲੀਜ਼ ਕਰੂਗਾ ਤਾਂ ਸਾਰੀ એનર્ਜੀ ਇਹਦੀ ਲੱਗ ਜਾਣੀ ਹੈ, 2 ਰਹਿ ਜਾਣਗੇ, ਉਹ ਤਾਂ ਜਮਾਂ ਹੀ ਅਨਸਟੇਬਲ ਹੋ ਜਾਊਗਾ। 4 ਇਹ ਲੈ ਨਹੀਂ ਸਕਦਾ ਕਿਉਂਕਿ ਲੈਣ ਤੇ ਵੀ ਉਨੀ એનર્ਜੀ ਚਾਹੀਦੀ ਹੈ। ਜੇ ਹੁੰਦਾ 1 2 3 ਤਾਂ ਇਹ ਲੈ ਲੈਂਦਾ, ਠੀਕ ਹੈ। ਜੇ ਹੁੰਦੇ ਇਹਦੇ ਕੋਲ 7 ਤਾਂ 1 ਲੈ ਲੈਂਦਾ, 6 ਹੁੰਦੇ 2 ਲੈ ਲੈਂਦਾ, 5 ਹੁੰਦੇ ਤਾਂ 3 ਲੈ ਲੈਂਦਾ। ਹੁਣ ਇਹ ਕੀ ਕਰੂਗਾ, ਦੇਖੋ ਇੱਕ ਹੋਰ ਰੀਜ਼ਨ ਹੈ ਇਹਦਾ, ਇਹ ਨਹੀਂ ਕਿ ਚਲੋ ਮੰਨ ਲਿਆ ਕਿ ਇਹ ਕੀ ਹੈ 4 ਲੈ ਲੂਗਾ ਤਾਂ ਉਹ ਹੋ ਜਾਣਗੇ 8 ਹੋ ਜਾਣਗੇ, ਸਟੇਬਲ ਹੋ ਜਾਊਗਾ, ਚਲੋ ਸਹੀ ਹੈ, ਠੀਕ ਹੈ, ਚਲੋ ਸਹੀ ਹੈ। ਪਰ ਇੱਕ ਹੋਰ ਰੀਜ਼ਨ ਹੈ ਇਹਦਾ ਜਿਹੜਾ ਕਿ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਕਿ ਇਹ ਲੈ ਕਿਉਂ ਨਹੀਂ ਰਿਹਾ 4 ਸੈੱਲ। ਹੁਣ ਦੇਖੋ ਨਿਊਕਲੀਅਸ ਦੇ ਅੰਦਰ ਕੀ ਹੁੰਦੇ ਆ, ਪ੍ਰੋਟੋਨ ਤੇ ਨਿਊਟਰੋਨ, ਠੀਕ ਹੈ, ਪ੍ਰੋਟੋਨ ਤੇ ਨਿਊਟਰੋਨ ਹੁੰਦੇ ਆ। ਹੁਣ ਦੇਖੋ ਐਟਮ ਦੇ ਅੰਦਰ ਜਿਹੜਾ ਇਲੈਕਟ੍ਰੋਨ ਨੂੰ ਫੜ ਕੇ ਰੱਖਣ ਦਾ ਕੰਮ ਕੌਣ ਕਰਦਾ, ਠੀਕ ਹੈ, ਉਹ ਕਰਦੇ ਆ ਪ੍ਰੋਟੋਨ। ਪ੍ਰੋਟੋਨ ਕਿੰਨੇ ਹੈ ਕਾਰਬਨ ਕੋਲੇ 6 ਹੈ, ਠੀਕ ਹੈ। ਕਿੰਨੇ ਪ੍ਰੋਟੋਨ ਹੈ 6 ਪ੍ਰੋਟੋਨ ਹੈ। ਹੁਣ ਦੇਖੋ ਹੁਣ ਇਹਦੀ ਕੈਪੈਸਿਟੀ ਕਿੰਨੀ ਹੈ, ਫਿਰ ਇਹ 6 ਇਲੈਕਟ੍ਰੋਨ ਨੂੰ ਸੰਭਾਲ ਕੇ ਰੱਖ ਸਕਦਾ, ਠੀਕ ਹੈ। ਇਹ 6 ਇਲੈਕਟ੍ਰੋਨ ਨੂੰ ਕੀ ਕਰੂਗਾ, ਸੰਭਾਲ ਕੇ ਰੱਖ ਸਕਦਾ। ਜੇ ਹੋ ਗਏ 10, ਠੀਕ ਹੈ, 10 ਹੀ ਹੋਣਗੇ ਨਾ, ਕਿਉਂਕਿ 4 ਇਹ ਲੈ ਲੂਗਾ 8 ਹੀ ਹੋ ਜਾਣਗੇ, 2 ਹੋ ਜਾਣਗੇ ਤਾਂ ਇਹ ਹੋ ਜਾਣਗੇ 10, ਤਾਂ ਇਹ ਸੰਭਾਲ ਕਿੰਨੇ ਸਕਦਾ 6।
ਤਾਂ ਫਿਰ ਉੱਥੇ ਕੀ ਹੋ ਜਾਊਗਾ, ਫਿਰ ਉੱਥੇ ਕੀ ਹੋ ਜਾਊਗਾ, ਨੰਬਰ ਆਫ ਪ੍ਰੋਟੋਨ ਵੀ ਕੀ ਹੈ ਫਿਰ ਵਧਾਉਣੇ ਪੈਣਗੇ, ਨਹੀਂ ਤਾਂ ਇਹਨੇ ਕੀ ਹੋਣਾ, ਬਿਲਕੁਲ ਹੀ ਬੇਸ ਖਰਾਬ ਹੋ ਜਾਣਾ। ਹੁਣ ਤੁਸੀਂ ਕਹੋਗੇ ਸਰ ਜੇ ਤਾਂ ਆਪਾਂ 5 6 7 ਵੀ ਲੈਨੇ ਆ ਤਾਂ ਵੀ ਫਿਰ ਉਹ ਆ ਜਾਂਦਾ ਉਨਾ ਜ਼ਿਆਦਾ ਚਾਰਜ ਨਹੀਂ ਉਹਨੂੰ ਲਾਣਾ ਪੈਂਦਾ, ਠੀਕ ਹੈ। ਫਿਰ ਉਹਦੇ ਵਿੱਚ ਕੀ ਹੈ ਕਾਊਂਟ ਹੋ ਜਾਊਗਾ ਕਿ ਉਹਦੇ ਤੇ ਨੈਗੇਟਿਵ ਚਾਰਜ ਆ ਗਿਆ। ਕਲੀਅਰ ਹੈ ਇੰਨਾ ਕੁ ਛੋਟਾ ਜਿਹਾ ਪੁਆਇੰਟ ਯਾਦ ਰੱਖਿਓ ਬਸ ਤੁਸੀਂ ਕਿ ਪ੍ਰੋਟੋਨ ਆ ਜਿਹੜਾ ਇਹਨਾਂ ਨੂੰ ਸੰਭਾਲ ਕੇ ਰੱਖਣ ਦਾ ਕੰਮ ਕਰਦਾ, ਵੀ ਖਿੱਚ ਕੇ ਰੱਖਦਾ ਆਪਣੇ ਨਾਲ, ਕਿਉਂਕਿ ਤੁਸੀਂ ਪਤਾ ਨਾ ਕਿ ਐਨ ਸਾਈਡ ਤੇ ਐਸ ਸਾਈਡ ਇੱਕ ਦੂਜੇ ਨੂੰ ਖਿੱਚ ਕੇ ਰੱਖਦੇ ਆ ਤੇ ਐਨ ਤੇ ਐਨ ਵਾਲੇ ਇੱਕ ਦੂਸਰੇ ਨੂੰ ਦੂਰ ਭਜਾਉਂਦੇ ਆ, ਉਹ ਕਨਸੈਪਟ ਹੈ। ਹੁਣ ਦੇਖੋ ਹੁਣ ਆਪਣੇ ਕੋਲ ਕੀ ਹੈ, ਨਾ ਤਾਂ ਫਿਰ ਲੈ ਸਕਦਾ, ਲੈ ਵੀ ਨਹੀਂ ਸਕਦਾ ਤੇ ਦੇ ਵੀ ਨਹੀਂ ਸਕਦਾ। ਹੁਣ ਕੀ ਕਰੀਏ, ਹੁਣ ਇੱਥੇ ਕੁਐਸਚਨ ਮਾਰਕ ਕ੍ਰੀਏਟ ਹੋ ਗਿਆ ਕਿ ਹੁਣ ਕੀ ਕਰੀਏ। ਕਾਰਬਨ ਸਾਰਿਆਂ ਨੂੰ ਪਤਾ ਲੱਗ ਗਿਆ ਨਾ, ਕਾਰਬਨ ਐਟਮ ਕੀ ਹੈ, ਐਟਮ ਦੇ ਵਿੱਚ ਕਿਹੜੇ ਕਿਹੜੇ ਸਬ ਐਟੋਮਿਕ ਪਾਰਟੀਕਲ ਹੁੰਦੇ ਆ, ਉਹਨਾਂ ਦਾ ਕੀ ਕੰਮ ਹੁੰਦਾ, ਇਹਦੇ ਵਿੱਚ ਐਟੋਮਿਕ ਨੰਬਰ ਕਿੰਨਾ ਹੈ, ਪ੍ਰੋਟੋਨ ਕਿੰਨੇ ਆ, ਕਿੰਨਾ ਨੈਗੇਟਿਵ ਚਾਰਜ ਆਂਦੇ, ਤੇ ਹਰ ਇੱਕ ਚੀਜ਼ ਤੁਹਾਨੂੰ ਮੈਂ ਨਿੱਕੀ ਨਿੱਕੀ ਦੱਸਤੀ। ਪੀਰੀਓਡਿਕ ਟੇਬਲ ਦੇ 14 ਨੰਬਰ ਤੇ ਆਉਂਦਾ, 14 ਨੰਬਰ ਵਾਲੇ ਮਿਲ ਕੇ ਕੀ ਬਣਾਉਂਦੇ ਆ, ਕਾਰਬਨ ਫੈਮਿਲੀ ਬਣਾਉਂਦੇ। ਸਾਰਾ ਕੁਝ ਕਲੀਅਰ ਹੋ ਗਿਆ। ਚਲੋ ਹੁਣ ਆਪਾਂ ਲਿਆ ਨਾ ਤੀਸਰਾ ਰਸਤਾ, ਕੀ ਕਰੀਏ, ਠੀਕ ਹੈ। ਹੁਣ ਦੇਖੋ ਜੇ ਮੰਨ ਲਓ ਆਪਣੇ ਸਾਰਿਆਂ ਕੋਲ ਕੀ ਹੈ, ਜਿਵੇਂ ਹੁਣ ਮੇਰੇ ਕੋਲੇ ਮੰਨ ਕੇ ਚਲੋ 10 ਪੈਨ, ਠੀਕ ਹੈ, ਤੇ ਮੈਨੂੰ 10 ਦੇ 10 ਚਾਹੀਦੇ ਆ। ਤੁਹਾਨੂੰ ਮੈਂ ਐਗਜ਼ਾਮਪਲ ਦੇ ਰਿਹਾ ਪਰ ਮੈਨੂੰ ਲੱਗਦਾ ਐਗਜ਼ਾਮਪਲ ਸੈੱਟ ਬੈਠ ਸਕਦੀ ਹੈ। ਚਲੋ 10 ਪੈਨ 10 ਦੇ 10 ਮੈਨੂੰ ਚਾਹੀਦੇ ਆ, ਠੀਕ ਹੈ। ਤੁਹਾਡੇ ਕੋਲ ਕੀ ਹੈ, 10 ਕਾਪੀਜ਼ ਹੈ, ਮਤਲਬ ਨੋਟਬੁੱਕ, ਠੀਕ ਹੈ, ਤੁਹਾਨੂੰ ਵੀ ਚਾਹੀਦੀਆਂ। ਤੁਸੀਂ ਕਹੋਗੇ ਵੀ ਜੇ ਮੈਂ ਕਹੂੰਗਾ ਜੇ ਮੈਂ 2 ਤੁਹਾਨੂੰ ਪੈਨ ਦੇ ਦੂੰਗਾ ਤਾਂ ਮੇਰੇ ਕੋਲ 8 ਰਹਿ ਜਾਣਗੇ, ਮੇਰਾ ਨਹੀਂ ਸਰਨਾ। ਤੁਸੀਂ ਕਹੋਗੇ ਜੇ ਮੈਂ ਤੁਹਾਨੂੰ 2 ਕਾਪੀਜ਼ ਦੇ ਦੂੰਗਾ ਤਾਂ ਮੇਰੇ ਕੋਲ 8 ਰਹਿ ਜਾਣਗੀਆਂ, ਮੇਰਾ ਵੀ ਨਹੀਂ ਸਰਨਾ। ਫਿਰ ਕੀ ਕਰੀਏ, ਫਿਰ ਲਾਸਟ ਤੇ ਕੀ ਬਚੂਗਾ। ਮੈਂ ਕਹੂੰਗਾ ਚਲੋ ਐ ਕਰਦੇ ਆ, ਤਾਂ ਮੈਂ ਇੱਥੇ ਕੋਲੇ ਹੀ ਬੈਠ ਜਾਣਾ, ਠੀਕ ਹੈ। ਕੋਲੇ ਬੈਠ ਕੇ ਆਪਾਂ ਕੀ ਕਰਦੇ ਆ, 2-4 ਘੰਟੇ, ਇਹ ਆਪਣੇ ਹਿਸਾਬ ਨਾਲ ਦੱਸ ਰਹੇ ਆ, 2-4 ਘੰਟੇ 2-4 ਦਿਨ ਜਾਂ 2-4 ਮਹੀਨੇ ਜਾਂ ਪਰਮਾਨੈਂਟ, ਠੀਕ ਹੈ, ਆਪਾਂ ਕਰਦੇ ਆ ਸ਼ੇਅਰ ਕਰ ਲੈਂਦੇ। ਕਲੀਅਰ। ਤੁਸੀਂ ਕਹੋਗੇ ਚੱਲ ਐ ਕਰ, ਜਿੰਨਾ ਚਿਰ ਮੈਨੂੰ 2 ਪੈਨ ਦੇ ਦੇ ਮੈਂ ਉਦੋਂ ਨੂੰ ਕਾਪੀ ਲਿਖ ਲੈਣਾ, ਤੇ ਤੂੰ ਕੀ ਕਰ 2 ਕਾਪੀਜ਼ ਲੈ ਲਾ ਤੇ ਉਦੋਂ ਤੂੰ ਕੁਛ ਨਾ ਕੁਛ ਆਪਦੇ ਨੋਟਸ ਬਣਾ ਲਾ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੋ ਗਿਆ, ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰ ਲਾਂਗੇ। ਖਾਣਾ ਵੀ ਆਈ ਹੈ, ਜੇ ਖਾਣਾ ਸ਼ੇਅਰ ਕਰ ਲਿਆ ਤਾਂ ਆਪਣੇ ਕੋਲ ਕੀ ਹੈ, ਇੱਕ ਜਣੇ ਕੋਲ ਸਬਜ਼ੀ ਜ਼ਿਆਦਾ, ਠੀਕ ਹੈ, ਇੱਕ ਜਣੇ ਕੋਲ ਖਾਣਾ, ਉਹ ਕਹੂਗਾ ਤੂੰ ਮੈਨੂੰ ਥੋੜੀ ਸਬਜ਼ੀ ਦੇ ਦੇ, ਮੈਂ ਤੈਨੂੰ ਆਪਦਾ ਖਾਣਾ ਦੇ ਦਿੰਦਾ, ਰੋਟੀਆਂ ਦੇ ਦਿੰਦਾ, ਠੀਕ ਹੈ, ਤੇ ਆਪਾਂ ਸ਼ੇਅਰ ਕਰ ਲੈਂਦੇ ਹਾਂ। ਬਸ ਹੁਣ ਉਹੀ ਕੰਮ ਕਰਨਾ ਇੱਥੇ, ਕਲੀਅਰ ਹੈ। ਹੁਣ ਆਪਾਂ ਕੀ ਕਰਨਾ, ਉਹੀ ਕੰਮ ਕਰਨਾ। ਅੱਗੇ ਪੇਜ ਤੇ ਦੱਸਦਾ ਉਹਨੂੰ ਕਹਿੰਦੇ ਕੀ ਹੈ। ਤੀਸਰਾ ਰਸਤਾ ਲੱਭ ਲਿਆ, ਕਿਹਨੇ ਲੱਭਿਆ, ਕਾਰਬਨ ਦੇ ਐਟਮ ਨੇ ਤੀਸਰਾ ਰਸਤਾ ਲੱਭ ਲਿਆ, ਕਿਉਂਕਿ ਉਹਦੇ ਕੋਲ 4 ਸੀਗੇ, 4 ਦਾ ਦੇ ਲੈਣ ਕਰ ਹੀ ਨਹੀਂ ਸਕਦਾ ਸੀ ਉਹ, ਠੀਕ ਹੈ। ਹੁਣ ਤੀਸਰਾ ਰਸਤੇ ਦੇ ਵਿੱਚ ਕੀ ਹੈ, ਦੂਸਰੇ ਕਾਰਬਨ ਨਾਲ ਮਿਲ ਕੇ, ਠੀਕ ਹੈ, ਜਾਂ ਦੂਸਰੇ ਐਲੀਮੈਂਟ ਦੇ ਨਾਲ ਬਣੇ ਐਟਮ ਨਾਲ ਸ਼ੇਅਰ ਕਰੂਗਾ। ਹੁਣ ਸ਼ੇਅਰਿੰਗ ਨਾਲ ਕੀ ਹੋਊਗਾ, 2 ਐਟਮ ਇੱਕ ਬੌਂਡ ਬਣਾਉਣਗੇ। ਜਦੋਂ 2 ਐਟਮ ਹੈ ਇੱਕ ਕੀ ਬਣਾਉਣਗੇ, ਬੌਂਡ ਬਣਾਉਣਗੇ। ਧਿਆਨ ਨਾਲ ਸੁਣੀ ਚੱਲਿਓ ਮੈਂ ਕੀ ਕਹਿੰਦਾ, ਕਿ ਉਸ ਬੌਂਡ ਨੂੰ ਕਵਾਂਗੇ ਕੀ, ਠੀਕ ਹੈ, ਉਸ ਬੌਂਡ ਨੂੰ ਆਪਾਂ ਕੀ ਕਵਾਂਗੇ, ਕੋਵਲੈਂਟ ਬੌਂਡ। ਕੋਵਲੈਂਟ ਬੌਂਡ ਸਾਰੀ ਡਿਟੇਲ ਦੱਸੂਗਾ ਮੈਂ, ਬਸ ਧਿਆਨ ਨਾਲ ਸਮਝ ਲਿਓ। ਉਹਨੂੰ ਕੀ ਕਵਾਂਗੇ ਆਪਾਂ, ਕੋਵਲੈਂਟ ਬੌਂਡ। ਹੁਣ ਕੋਵਲੈਂਟ ਬੌਂਡ ਦਾ ਮਤਲਬ ਕੀ ਹੁੰਦਾ, ਕੋਵਲੈਂਟ ਬੌਂਡ ਦਾ ਮਤਲਬ ਇਹ ਹੁੰਦਾ ਹੈ, ਠੀਕ ਹੈ, ਕਿ ਆਪਣੇ ਆਪ ਨੂੰ ਸਟੇਬਲ ਕਰਨ ਲਈ, ਆਪਣੇ ਆਪ ਨੂੰ ਸਟੇਬਲ ਕਰਨ ਲਈ, ਸਟੇਬਲ ਕਰਨ ਲਈ, ਠੀਕ ਹੈ, ਕੋਵਲੈਂਟ ਬੌਂਡ ਸ਼ੇਅਰਿੰਗ ਨਾਲ ਬਣਦੇ ਆ। ਕਾਹਦੇ ਨਾਲ ਬਣਦੇ ਆ, ਸ਼ੇਅਰਿੰਗ ਨਾਲ। और उस तो बाद की है, मतलब ना कोई चीज देनी है आप, ना दियो ते ना ही लो, ठीक है। मैं एक चीज ते बार बार इसे लिए फोकस कर रहे हैं, ਜਿਹੜੇ ਨਵੇਂ ਬੱਚੇ ਹੈ ਫਸਟ ਟਾਈਮ ਜਿਹੜੇ ਇਸ ਚੈਪਟਰ ਨੂੰ ਪੜ੍ਹ ਰਹੇ ਹੈ, ਉਹਨਾਂ ਨੂੰ ਕਨਸੈਪਟ ਨਹੀਂ ਕਲੀਅਰ ਹੋ ਪਾ ਰਿਹਾ ਸੀ, ਉਹਨਾਂ ਲਈ, ਠੀਕ ਹੈ। ਹੁਣ ਚੱਲਦੇ ਆਪਾਂ ਅੱਗੇ। ਜਿਹੜੀ ਕੋਵਲੈਂਟ ਬੌਂਡ ਤੋਂ ਬਣਨ ਵਾਲੇ ਜਿਹੜੇ ਕੰਪਾਊਂਡ ਹੁੰਦੇ ਆ ਨਾ, ਹੁਣ ਕੰਪਾਊਂਡ ਵੀ ਬਣਨਗੇ, ਠੀਕ ਹੈ। ਜਿਹੜੇ ਕੋਵਲੈਂਟ ਬੌਂਡ ਤੋਂ ਕੰਪਾਊਂਡ ਬਣਦੇ ਆ ਉਹਨਾਂ ਨੂੰ ਕਹਿੰਦੇ ਆ ਕੋਵਲੈਂਟ ਕੰਪਾਊਂਡ। ਕੋਵਲੈਂਟ ਕੰਪਾਊਂਡ, ਇਹ ਚੀਜ਼ਾਂ ਮੈਂ ਸਾਰੀਆਂ ਦੱਸੂਗਾ ਟੇਜ, ਬਸ ਆ 2 ਨਾਮ ਹੀ ਆ ਜਿਹੜੇ ਯਾਦ ਰੱਖ ਲਓ। ਹੁਣ ਇੱਕ ਬੰਦੇ ਕੀ ਹੈ, ਕੀ ਫਾਰਮ ਕਰਦੇ ਆ, ਸਾਰਾ ਕੁਝ ਪੜ੍ਹਦੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਬਣਦੀਆਂ, ਸਾਰਾ ਕੁਝ ਦੱਸੂਗਾ ਹੁਣ ਮੈਂ। ਹੁਣ ਆਪਾਂ ਕੀ ਬਣਾਉਣਾ,
ਹੁਣ ਆਪਾਂ ਬਣਾਉਣਾ ਹੈ, ਸਭ ਤੋਂ ਪਹਿਲਾਂ ਕੀ ਬਣਾਵਾਂਗੇ, ਹਾਈਡਰੋਜਨ। ਠੀਕ ਹੈ, ਕੀ ਬਣਾਵਾਂਗੇ, ਹਾਈਡਰੋਜਨ ਮੋਲੀਕਿਊਲ। ਧਿਆਨ ਨਾਲ ਸੁਣ ਲਿਓ। ਹੁਣ ਆਪਣੇ ਕੋਲ ਕੀ ਹੈ, ਸਭ ਤੋਂ ਪਹਿਲਾਂ ਤਾਂ ਹਾਈਡਰੋਜਨ ਦਾ ਤੁਹਾਨੂੰ ਪਤਾ ਹੈ ਕਿ ਐਟੋਮਿਕ ਨੰਬਰ ਕਿੰਨਾ ਹੁੰਦਾ ਆਪਣੇ ਕੋਲੇ, 1 ਹੁੰਦਾ। ਠੀਕ ਹੈ, ਐਟੋਮਿਕ ਨੰਬਰ ਕਿੰਨਾ ਹੁੰਦਾ ਆਪਣੇ ਕੋਲੇ, 1 ਹੁੰਦਾ। ਪਰ ਆਪਾਂ ਇਹਨੂੰ ਲਿਖਦੇ ਕੀ ਆ, ਜਦੋਂ ਵੀ ਤੁਸੀਂ ਹਾਈਡਰੋਜਨ ਨੂੰ ਲਿਖਦੇ ਆ ਕੀ ਲਿਖਦੇ ਆ, H2 ਹੈ ਜੀ ਇਹਦਾ। ਠੀਕ ਹੈ, ਹੁਣ H2 ਲਿਖਣ ਦਾ ਮਤਲਬ ਕੀ ਹੈ ਆਪਣੇ ਕੋਲੇ, H2 ਲਿਖਣ ਦਾ ਮਤਲਬ ਕੀ ਹੈ ਕਿ 2 ਦਾ ਮਤਲਬ ਇਹ ਹੈ ਕਿ ਹਾਈਡਰੋਜਨ ਦਾ ਜਿਹੜਾ ਐਟਮ ਹੈ ਨਾ, ਹਾਈਡਰੋਜਨ ਦਾ ਜਿਹੜਾ ਐਟਮ ਹੈ ਉਹ ਇਕੱਲਾ ਨਹੀਂ ਹੈਗਾ। ਇਹਦੇ ਨਾਲ ਕਿੰਨੇ ਐਟਮ ਮਿਲੇ ਹੋਏ ਆ, 2 ਐਟਮ ਮਿਲੇ ਹੋਏ ਆ। ਕਿਹੜੇ 2 ਐਟਮ ਮਿਲੇ ਹੋਏ ਆ, ਸੇਮ ਟੂ ਸੇਮ ਹਾਈਡਰੋਜਨ ਦੇ ਮਿਲੇ ਹੋਏ ਆ। ਠੀਕ ਹੈ, ਸੇਮ ਟੂ ਸੇਮ ਹਾਈਡਰੋਜਨ ਦੇ ਮਿਲੇ ਹੋਏ ਆ। ਤੇ ਜਿੱਥੇ ਐਟਮ ਮਿਲਦੇ ਆ, ਠੀਕ ਹੈ, ਹੁਣ ਇੱਥੇ ਐਟਮ ਮਿਲੀ ਜਾਂਦੇ ਆ ਨਾ, ਹਾਈਡਰੋਜਨ ਤੇ ਹਾਈਡਰੋਜਨ ਮਿਲੀ ਜਾਂਦੇ ਆ, ਤਾਂ ਹਾਈਡਰੋਜਨ ਤੇ ਹਾਈਡਰੋਜਨ ਮਿਲ ਕੇ ਕੀ ਬਣਾਉਣਗੇ, ਜਿੱਥੇ ਐਟਮ ਮਿਲਣਗੇ ਧਿਆਨ ਰੱਖਿਓ ਉੱਥੇ ਕੀ ਬਣਦਾ, ਉੱਥੇ ਬਣਦਾ ਐਟਮ ਦਾ ਗਰੁੱਪ, ਮਤਲਬ ਉਹਨੂੰ ਕੀ ਕਹਿੰਦੇ ਆ, ਮੋਲੀਕਿਊਲ। ਤਾਂ ਹੀ ਮੈਂ ਇੱਥੇ ਲਿਖਿਆ ਮੋਲੀਕਿਊਲ। ਕਲੀਅਰ ਹੋ ਗਿਆ ਕਿ ਜਿੱਥੇ ਐਟਮ ਮਿਲ ਕੇ ਇੱਕੋ ਤਰ੍ਹਾਂ ਦੇ, ਇੱਕੋ ਤਰ੍ਹਾਂ ਦੇ ਕਹਿ ਲਓ, ਤਾਂ ਅੱਗੇ ਦੂਜੇ ਵੀ ਕਰਾਉਣਾ ਮੈਂ, ਜਿੱਥੇ ਐਟਮ ਮਿਲੀ ਜਾਂਦੇ ਆ ਤਾਂ ਉੱਥੇ ਕੀ ਬਣੂਗਾ, ਮੋਲੀਕਿਊਲ, ਮੋਲੀਕਿਊਲ ਆਫ ਐਲੀਮੈਂਟ। ਠੀਕ ਹੈ, ਇੰਨਾ ਕੀ ਯਾਦ ਰੱਖ ਲਓ ਕਿ ਮੋਲੀਕਿਊਲ ਬਣਦਾ। ਆਪਾਂ ਹਮੇਸ਼ਾ ਹਾਈਡਰੋਜਨ ਨੂੰ ਕੀ ਲਿਖਦੇ ਆ, ਉਹਦੇ ਮੋਲੀਕਿਊਲਰ ਫਾਰਮ ਦੇ ਵਿੱਚ ਲਿਖਦੇ ਆ। ਠੀਕ ਹੈ, ਉਹਦੇ ਕੀ ਲਿਖਦੇ ਆ, ਤੁਸੀਂ ਕਦੇ ਵੇਖਿਆ ਕਿ ਇੱਥੇ H ਲਿਖਿਆ ਹੋਇਆ, ਠੀਕ ਹੈ, ਉਹਨੂੰ ਹਮੇਸ਼ਾ ਆਪਾਂ H2 ਲਿਖਦੇ ਆ। ਉਹ ਕੀ ਆਂਦਾ, ਮੋਲੀਕਿਊਲਰ ਫਾਰਮ ਹੈ, ਉਹਦਾ ਐਟੋਮਿਕ ਫਾਰਮ ਨਹੀਂ। ਐਟੋਮਿਕ ਤਾਂ ਉਹਦੀ ਇਕੱਲੀ H ਹੋ ਗਈ। ਹੁਣ ਜਿਵੇਂ C ਨੂੰ ਲਿਖਣਾ ਕਿ C ਇਕੱਲੀ ਐਟੋਮਿਕ ਫਾਰਮ ਆਂਦੀ। ਠੀਕ ਹੈ, ਉਵੇਂ ਕੀ ਹੈ, ਇਹਨੂੰ ਮੋਲੀਕਿਊਲਰ ਫਾਰਮ ਦੇ ਵਿੱਚ ਲਿਖਦੇ ਆ। ਇਹ ਮੋਲੀਕਿਊਲਰ ਫਾਰਮ ਬਣੀ ਕਿਵੇਂ ਹੈ, ਕਿਹੜੀ ਚੀਜ਼ ਇਹ ਬਣਾਈ ਜਾਂਦੀ ਹੈ ਮੋਲੀਕਿਊਲਰ ਫਾਰਮ, ਤੇ ਇਹ ਬਣਾਈ ਜਾਂਦੀ ਹੈ ਕੋਵਲੈਂਟ ਬੌਂਡ। ਕੋਵਲੈਂਟ ਬੌਂਡ ਇਹ ਬਣਾਈ ਜਾਂਦਾ। ਹੁਣ ਕਲੀਅਰ ਹੋ ਗਿਆ, ਕੋਵਲੈਂਟ ਬੌਂਡ ਇਹਨੂੰ ਬਣਾਈ ਜਾਂਦਾ। ਹੁਣ ਚਲਦੇ ਆਪਾਂ ਹਾਈਡਰੋਜਨ ਦੇ ਅੱਗੇ ਕਿਵੇਂ ਬਣਦਾ ਹੈ। ਠੀਕ ਹੈ, ਹੁਣ ਪਹਿਲਾਂ ਹਾਈਡਰੋਜਨ ਨੂੰ ਸਮਝ ਲਓ। ਹਾਈਡਰੋਜਨ ਦੇ ਵਿੱਚ ਕੀ ਹੈ, ਐਟੋਮਿਕ ਨੰਬਰ ਮੈਂ ਦੱਸਤਾ ਕਿੰਨੇ ਹੁੰਦੇ ਆ, 1 ਹੁੰਦਾ। ਪ੍ਰੋਟੋਨ ਕਿੰਨੇ ਹੁੰਦੇ ਆ, ਨੰਬਰ ਆਫ ਪ੍ਰੋਟੋਨਸ ਉਹ ਹੁੰਦੇ ਆ 1। ਨੰਬਰ ਆਫ ਇਲੈਕਟ੍ਰੋਨ ਵੀ ਫਿਰ ਕਿੰਨੇ ਹੁੰਦੇ ਆ, ਉਹ ਵੀ ਹੁੰਦੇ 1। ਠੀਕ ਹੈ, ਜਿੰਨੇ ਪ੍ਰੋਟੋਨ ਆ ਉਹੀ ਹੁੰਦਾ ਐਟੋਮਿਕ ਨੰਬਰ, ਆਪਾਂ ਜ਼ਿਆਦਾ ਕੰਸੀਡਰ ਕਰਦੇ ਹਾਂ। ਹੁਣ ਕੀ ਹੈ, ਹਾਈਡਰੋਜਨ ਕੋਲ ਕੀ ਹੈ, 1 ਇਲੈਕਟ੍ਰੋਨ ਹੈ। ਠੀਕ ਹੈ, ਹੁਣ ਦੇਖੋ ਹਾਈਡਰੋਜਨ ਕੋਲ ਕਿੰਨੇ ਇਲੈਕਟ੍ਰੋਨ ਹੈ, ਧਿਆਨ ਨਾਲ ਸਮਝ ਲਿਓ। ਹਾਈਡਰੋਜਨ ਕੋਲ ਕਿੰਨੇ ਇਲੈਕਟ੍ਰੋਨ ਹੈ, 1। ਤਾਂ ਉਹਦੇ ਕੇ ਸ਼ੈਲ ਹੈ ਨਾ, ਫਿਰ ਉਹਦੇ ਕੋਲ ਤਾਂ ਕੇ ਸ਼ੈਲ ਹੀ ਹੋਇਆ 1, ਤੇ ਕੇ ਸ਼ੈਲ ਦੀ ਕੈਪੈਸਿਟੀ ਕਿੰਨੀ ਹੁੰਦੀ ਹੈ, 2। ਠੀਕ ਹੈ, ਪਰ ਉਹਦੇ ਕੋਲ ਕੀ ਹੈ, 1। ਤੇ ਜੇ 2 ਹੋਊਗਾ ਫੇਰ ਹੀ ਪੂਰਾ ਹੋਊਗਾ ਨਾ। ਹੁਣ ਉਹਦਾ ਕੇ ਸ਼ੈਲ ਕਾਹਦੇ ਚ ਕੰਸੀਡਰ ਕਰਾਂਗੇ ਆਪਾਂ, ਉਹ ਕੰਸੀਡਰ ਕਰਾਂਗੇ ਵੈਲੈਂਸ ਸ਼ੈਲ ਦੇ ਵਿੱਚ, ਕਿਉਂਕਿ ਉਹੀ ਤਾਂ ਇੱਕ ਉਹਦੇ ਕੋਲ ਹੈਗਾ ਵਿਚਾਰੇ ਕੋਲੇ। ਠੀਕ ਹੈ, ਕਿਉਂਕਿ ਕੇ ਸ਼ੈਲ ਹੀ ਤਾਂ ਉਹਦੇ ਕੋਲ ਹੈਗਾ, ਕੇ ਸ਼ੈਲ ਦੀ ਕੈਪੈਸਿਟੀ ਹੁੰਦੀ ਹੈ 2, ਉਹਦੇ ਕੋਲ ਹੈ 1। ਫਿਰ ਉਹ ਪੂਰਾ ਕਿਵੇਂ ਹੋਊਗਾ, ਹੁਣ ਜੇ ਦੇ ਹੀ ਦਿੱਤਾ, ਚਲੋ ਮੰਨ ਲਓ ਉਹਨੂੰ ਕਿਹਾ 1 ਹੈਗਾ ਜੀ, ਤੂੰ 1 ਦੇ ਦੇ ਤਾਂ ਤੂੰ ਪੂਰਾ ਹੋ ਜਾਂਦਾ। ਜਦੋਂ 1 ਹੀ ਦੇਤਾ ਤਾਂ ਉਹਦੇ ਕੋਲ ਰਹਿ ਕੀ ਜਾਊਗਾ। ਠੀਕ ਹੈ, ਉਹਦੇ ਕੋਲੇ ਰਹਿ ਕੀ ਜਾਊਗਾ, ਫਿਰ ਤਾਂ ਉਹ ਖਤਮ ਹੀ ਹੋ ਜਾਊ, ਉਹਦਾ ਸਿੱਧ ਵੀ ਖਤਮ ਹੋ ਜਾਣਾ। ਫਿਰ ਤਾਂ ਹਾਈਡਰੋਜਨ ਕੀ ਹੁੰਦਾ, ਕੁਝ ਵੀ ਨਹੀਂ ਵਿਚਾਰੇ ਦਾ ਕਾਊਂਟ ਹੋਣਾਗਾ। ਹੁਣ ਦੇਖੋ, ਹੁਣ ਜੇ ਕੇ ਸ਼ੈਲ ਦਾ ਡੁਪਲੀਟ ਉਹਨੇ ਪੂਰਾ ਕਰਨਾ। ਠੀਕ ਹੈ, 2 ਬਣਨਗੇ, 2 ਪੂਰੇ ਹੋਣਗੇ ਤਾਂ ਹੀ ਕਿਤੇ ਜਾ ਕੇ ਕੀ ਹੈ, ਪੂਰਾ ਹੋਊਗਾ। ਹੁਣ ਦੇਖੋ ਉਹ ਕੀ ਹੈ, ਟੈਨਸ਼ਨ ਚ ਤੁਰਿਆ ਫਿਰਦਾ ਤੇ ਤਲਾਸ਼ ਕਰਦਾ ਫਿਰਦਾ ਕਾਦੀ, 1 ਇਲੈਕਟ੍ਰੋਨ ਦੀ। ਧਿਆਨ ਨਾਲ ਸੁਣੀ ਚੱਲਿਓ, ਉਹ ਕੀ ਤਲਾਸ਼ ਕਰਦਾ ਫਿਰਦਾ, 1 ਇਲੈਕਟ੍ਰੋਨ ਦੀ ਤਲਾਸ਼ ਕਰਦਾ ਫਿਰਦਾ। ਹੁਣ ਉਹਨੇ ਕੀ ਕੀਤਾ, ਉਹਨੂੰ ਰਸਤੇ 'ਚ ਇੱਕ ਹੋਰ ਮਿਲ ਗਿਆ ਹਾਈਡਰੋਜਨ। ਉਹ ਵੀ ਵਿਚਾਰਾ ਟੈਨਸ਼ਨ 'ਚ ਸੀ, ਕੀ ਕਹਿੰਦਾ ਯਾਰ ਮੈਨੂੰ ਵੀ 1 ਚਾਹੀਦਾ, ਇਹ ਕਹਿੰਦਾ ਮੈਨੂੰ ਵੀ 1 ਚਾਹੀਦਾ। ਇਹ ਕਹਿੰਦੇ ਚਲੋ ਜੀ ਫਿਰ ਆਪਾਂ ਆਪਸ 'ਚ ਸਕੀਮ ਲਾ ਲੈਂਦੇ ਆ, ਆਪਾਂ ਕੀ ਕਰ ਲੈਂਦੇ ਆ, ਬੌਂਡ ਬਣਾ ਲੈਂਦੇ ਆ। ਕਿਹੜਾ ਬੌਂਡ ਬਣਾ ਲੈਂਦੇ ਆ, ਕੋਵਲੈਂਟ ਬੌਂਡ ਬਣਾ ਲੈਂਦੇ ਆ। ਠੀਕ ਹੈ, ਇਹਨਾਂ ਨੇ ਕੀ ਕੀਤਾ, ਇਹਨੇ 1 ਆਪਦਾ ਇਹਨੂੰ ਦੇਤਾ ਇਲੈਕਟ੍ਰੋਨ, ਇਹਨੇ 1 ਇਹਨੂੰ ਦੇਤਾ ਇਲੈਕਟ੍ਰੋਨ, ਤਾਂ ਉਹ ਕੀ ਬਣ ਗਏ, H2। ਠੀਕ ਹੈ, ਤਾਂ ਇੱਥੇ ਆਪਣੇ ਕੋਲ ਕੀ ਬਣ ਗਿਆ, ਇਹ ਬਣ ਗਿਆ ਆਪਣੇ ਕੋਲੇ ਕੇ ਸ਼ੈਲ ਹੁੰਦਾ, ਦੋਵਾਂ ਦਾ ਪੂਰਾ ਹੋ ਗਿਆ। ਉਹ ਹੁੰਦਾ ਸ਼ੇਅਰ ਕਰ ਲਿਆ, ਉਹ ਸ਼ੇਅਰ ਕਰ ਲਿਆ, ਇਹ ਬਣ ਗਿਆ ਆਪਣੇ ਕੋਲੇ ਹਾਈਡਰੋਜਨ ਦਾ ਮੋਲੀਕਿਊਲ। ਠੀਕ ਹੈ, ਉਹ ਕੀ ਬਣ ਗਿਆ ਆਪਣੇ ਕੋਲੇ, ਹਾਈਡਰੋਜਨ ਦਾ ਮੋਲੀਕਿਊਲ। ਇਹ ਸੀ ਸਿੰਪਲ ਵਾਲਾ। ਹੁਣ ਇੱਕ ਚੀਜ਼ ਦੇਖੋ, ਜਿੰਨੀ ਹੁਣ ਇਹਦੇ ਵਿੱਚ ਸ਼ੇਅਰ ਕੀ ਹੋਈ ਜਾਂਦਾ, ਇਹਦੇ ਵਿੱਚ ਇੱਕ ਪੇਅਰ ਸ਼ੇਅਰ ਹੋਈ ਜਾਂਦਾ। ਠੀਕ ਹੈ, ਜਾਂ ਕਹਿ ਲਓ ਇੱਕ ਇਹਦੇ ਵਿੱਚ ਇਲੈਕਟ੍ਰੋਨ ਸ਼ੇਅਰ ਹੋਈ ਜਾਂਦਾ, ਵੈਸੇ ਤਾਂ ਪੇਅਰ ਸ਼ੇਅਰ ਹੋਈ ਜਾਂਦਾ ਨਾ, ਤਾਂ ਕਿੰਨੇ ਸ਼ੇਅਰ ਹੋਈ ਜਾਂਦੇ, 1 ਨਾ, ਤਾਂ ਇੱਥੇ 1 ਡੰਡੀ ਆਊਗੀ, ਐ ਕਰਕੇ ਇਹਨੂੰ ਡਿਨੋਟ ਕਰਾਂਗੇ ਆਪਾਂ। ਠੀਕ ਹੈ, ਇੱਥੇ ਸਾਈਡ ਤੇ ਲਿਖ ਦਿੰਦਾ ਮੈਂ, ਹਲੋ H ਤੇ H, ਇਹਨਾਂ ਦੋਵਾਂ ਵਿੱਚ ਕੀ ਹੈ, ਹੁਣ ਆ ਬਣੀ ਜਾਂਦਾ ਕੋਵਲੈਂਟ ਬੌਂਡ। ਕਲੀਅਰ ਹੈ, ਜਿੱਥੇ ਤੁਹਾਨੂੰ ਮਿਲ ਜੇ। ਹੁਣ ਦੇਖੋ ਜੇ ਇੱਥੇ 2 ਹੁੰਦੀਆਂ ਡੰਡੀਆਂ, ਫਿਰ ਇੱਥੇ 4 ਆ ਜਾਣਾ ਸੀ। ਇਹ ਚੀਜ਼ਾਂ ਅੱਗੇ ਕਰਾਉਣਾ ਮੈਂ, ਬਸ ਇੱਕ ਵਾਰੀ ਇਹਦੇ 'ਚ ਮੰਨ ਕੇ ਚੱਲੋ ਕਿ ਮੰਨਣਾ ਕੀ ਹੈ, ਇਹੀ ਹੈ। ਠੀਕ ਹੈ, ਹਲੋ ਹੁਣ ਪਤਾ ਲੱਗ ਗਿਆ।
ਹੁਣ ਦੋ ਤਿੰਨ ਚੀਜ਼ਾਂ ਜਦੋਂ ਮੈਂ ਕਰਾਈਆਂ ਨਾ ਉਦੋਂ ਤੁਹਾਨੂੰ ਜਮਾਂ ਹੀ ਕਲੀਅਰ ਹੋ ਜਾਂਦੀਆਂ ਕਿ ਚੀਜ਼ਾਂ ਕੀ ਹੈ। ਜਦੋਂ ਥੋੜਾ ਜਿਹਾ ਆਪਾਂ ਹੁਣ ਇਹਦੋਂ ਹਾਈ ਲੈਵਲ ਦਾ ਕਰਾਂਗੇ। ਹੁਣ ਆਪਾਂ ਕੀ ਬਣਾਉਣਾ ਹੈ? ਹੁਣ ਆਪਾਂ ਬਣਾਉਣਾ ਹੈ ਕਲੋਰੀਨ ਮੋਲੀਕਿਊਲ। ਠੀਕ ਹੈ, ਕਲੋਰੀਨ ਮੋਲੀਕਿਊਲ, ਕਲੋਰੀਨ ਮੋਲੀਕਿਊਲ, ਮੋਲੀਕਿਊਲ। ਹੁਣ ਇਹ ਮੋਲੀਕਿਊਲ ਕਿਉਂ ਲਿਖੀ ਜਾਂਦਾ ਮੈਂ? ਕਿਉਂਕਿ ਇਹ ਆਪਣੇ ਕਲੋਰੀਨ ਹੈ ਨਾ ਜਿਹੜਾ, ਇਹ ਵੀ ਆਪਣੇ ਮੋਲੀਕੂਲਰ ਫਾਰਮ ਦੇ ਵਿੱਚ ਹੀ ਲਿਖਿਆ ਜਾਂਦਾ ਹਮੇਸ਼ਾ। ਕੀ ਲਿਖਦੇ ਆਪਾਂ ਇਹਨੂੰ? Cl2। ਠੀਕ ਹੈ, Cl2। ਹੁਣ ਇਹਦਾ ਮਤਲਬ ਕੀ ਹੈ? ਕਿ ਮਤਲਬ ਇਹ ਹੈ ਕਿ ਇਹਦੇ ਵਿੱਚ ਐਟਮ ਕਿੰਨੇ ਆ? ਇਹਦੇ ਵਿੱਚ ਦੋ ਐਟਮ ਰਲ ਕੇ ਕੀ ਬਣਾਈ ਜਾਂਦੇ ਆ? ਬੌਂਡ ਬਣਾਈ ਜਾਂਦੇ। ਕਿਹੜਾ? ਕੋਵਲੈਂਟ ਬੌਂਡ ਬਣਾਈ ਜਾਂਦੇ ਆ। ਸਮਝ ਲੱਗੀ ਜਾਂਦੀ ਹੈ ਨਾ? ਹੁਣ ਆਪਾਂ ਇਹਨੂੰ ਐਕਸਪੈਂਡ ਕਰਦੇ ਆ ਤੇ ਫਿਰ ਇਹਨੂੰ ਜੋੜਾਂਗੇ ਕਿ ਇਹ ਬਣਾਈ ਕਿਵੇਂ ਜਾਂਦੇ ਆ। ਚਲੋ ਹੁਣ ਆਪਣੇ ਕੋਲੇ ਐਟੋਮਿਕ ਨੰਬਰ ਕਿੰਨਾ ਇਹਦਾ? ਇਹਦਾ ਐਟੋਮਿਕ ਨੰਬਰ ਹੈਗਾ ਆਪਣੇ ਕੋਲੇ 17। ਧਿਆਨ ਦਿਓ ਮੈਂ ਕੀ ਲਿਖਣ ਲੱਗਿਆ। ਠੀਕ ਹੈ, ਧਿਆਨ ਦੇਣਾ ਬਸ, ਹੋਰ ਕੁਝ ਨਹੀਂ ਕਰਨਾ ਤੁਸੀਂ। ਇਹਦਾ ਐਟੋਮਿਕ ਨੰਬਰ ਕੀ ਹੈ ਆਪਣੇ ਕੋਲੇ? 17। ਹੁਣ ਦੇਖੋ ਕੇ ਸ਼ੈਲ ਚ ਕਿੰਨੇ ਆ? 2 ਤੇ ਐਲ ਸ਼ੈਲ ਚ 8 ਹੋ ਗਏ ਤੇ ਬਾਹਰ ਕਿੰਨੇ ਹੋ ਗਏ? 7। ਇਹ ਇਹਦੀ ਕੀ ਬਣ ਗਈ ਆਪਣੇ ਕੋਲੇ? ਐਟਮ ਦੀ ਕਨਫੀਗਰੇਸ਼ਨ। ਠੀਕ ਹੈ, ਹੁਣ ਇਹਨੂੰ ਕਿੰਨੇ ਚਾਹੀਦੇ ਪੂਰਾ ਹੋਣ ਵਾਸਤੇ? 1 ਚਾਹੀਦਾ। ਕਲੀਅਰ ਹੈ? ਇਹਨੂੰ ਪੂਰਾ ਹੋਣ ਵਾਸਤੇ ਕੀ ਹੈ? 1 ਚਾਹੀਦਾ। ਜੇ 7 ਨੂੰ 8 ਕਰਕੇ ਆਪਣੇ ਆਪ ਨੂੰ ਕੀ ਕਰ ਲੂਗਾ? ਸਟੇਬਲ ਕਰ ਲੂਗਾ। ਕਲੀਅਰ? ਹੁਣ ਇਹਨੇ ਵੈਲੈਂਸ ਸ਼ੈਲ ਚ ਜੇ ਤੁਹਾਨੂੰ ਕੋਈ ਪੁੱਛ ਲੇ ਸਿੱਧਾ ਦੇ ਕੇ ਕਿ 2 8 7 ਹੈ ਜੀ, ਇਹਨੇ ਵੈਲੈਂਸ ਸ਼ੈਲ ਦੇ ਵਿੱਚ ਇਲੈਕਟ੍ਰੋਨ ਦੱਸੋ ਕਿੰਨੇ ਆ? ਤੁਸੀਂ ਕਹੋਗੇ 7 ਹੈ, ਕਿਉਂਕਿ ਬਾਹਰਲਾ ਕੀ ਹੈ? ਵੈਲੈਂਸ ਸ਼ੈਲ ਹੁੰਦਾ। ਠੀਕ ਹੈ, ਇਹ ਵੀ ਕੁਐਸਚਨ ਬਣ ਸਕਦਾ, ਕੋਈ ਵੱਡੀ ਗੱਲ ਨਹੀਂ। ਹੁਣ ਦੇਖੋ, ਹੁਣ ਇਹਨੂੰ ਟੈਨਸ਼ਨ ਕਿ ਮੈਂ ਆਪਦਾ ਕੀ ਹੈ ਪੂਰਾ ਕਰਨਾ, ਕੀ ਕਰੂੰਗਾ? ਤੇ ਰਾਹ ਚ ਇਹਨੂੰ ਕੀ ਮਿਲ ਗਿਆ? Cl ਮਿਲ ਗਿਆ। ਉਹਦੇ ਕੋਲ ਵੀ 1 ਚਾਹੀਦਾ ਸੀ, ਇਹਨੂੰ ਵੀ 1 ਚਾਹੀਦਾ ਸੀ, ਤਾਂ ਉਹ ਕੀ ਬਣ ਗਏ ਫਿਰ ਆਪਣੇ ਕੋਲੇ? Cl ਤੇ Cl2 ਬਣ ਗਏ। ਫਿਰ ਇੱਕ ਡੰਡੀ ਦਾ ਧਿਆਨ ਰੱਖਣਾ, ਡੰਡੀਆਂ ਕਿ ਇੱਕ ਪੇਅਰ ਸ਼ੇਅਰ ਕਰੀ ਜਾਂਦੇ ਆ। ਠੀਕ ਹੈ, ਕਲੀਅਰ ਹੋ ਗਿਆ? ਇਹ ਵੀ ਕੀ ਬਣ ਗਏ? ਇਹਨਾਂ ਨੇ ਕੀ ਬਣਾਉਣਾ? ਕੋਵਲੈਂਟ ਬੌਂਡ, ਕੋਵਲੈਂਟ ਬੌਂਡ। ਠੀਕ ਹੈ, ਇਹਨਾਂ ਨੇ ਕੀ ਬਣਾਉਣਾ? ਕੋਵਲੈਂਟ ਬੌਂਡ ਬਣਾ ਲਿਆ। ਕਲੀਅਰ ਹੋ ਗਿਆ ਹੁਣ ਇਹਨਾਂ ਕਿ ਕੀ ਹੁੰਦਾ ਇਹ? ਕੋਵਲੈਂਟ ਬੌਂਡ, ਕੋਵਲੈਂਟ ਬੌਂਡ। ਸਪੈਲਿੰਗ ਆਈ ਥਿੰਕ ਇਹੀ ਹੈ। ਠੀਕ ਹੈ, ਇਹਨਾਂ ਕਨਫਿਊਜ਼ ਹੋ ਜਾਓ। ਚਲੋ ਹੁਣ ਆਪਾਂ ਕੀ ਬਣਾਉਣਾ? ਹੁਣ ਤੁਸੀਂ ਇੱਕ ਚੀਜ਼ ਹੋਰ ਵੇਖੀ ਹੋਣੀ ਆ, ਇਹਨੂੰ ਕੀ ਕਹਿੰਦੇ ਆ? ਇਹਨੂੰ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਆਕਸੀਜਨ। ਕਦੇ ਇਹ ਵੇਖਿਆ ਕਿ ਇਹਨੂੰ ਆਕਸੀਜਨ ਕਹਿੰਦੇ ਆ? ਨਹੀਂ, ਕਿਉਂਕਿ ਇਹ ਹਮੇਸ਼ਾ ਤੁਹਾਨੂੰ ਆਪਦੀ ਮੋਲੀਕੂਲਰ ਫਾਰਮ ਦੇ ਵਿੱਚ ਮਿਲੂਗਾ, O2। ਠੀਕ ਹੈ, ਇਹ ਇਹਦੀ ਕਿਹੜੀ ਫਾਰਮ ਹੈ? ਮੋਲੀਕੂਲਰ ਫਾਰਮ ਹੈ। ਹੁਣ ਫਿਰ ਇਹਨੂੰ ਬਣਾਉਣੇ ਆਪਾਂ। ਚਲੋ ਐਂ ਹੀ ਤੁਹਾਡੇ ਰਟੇ ਜਾਣੇ ਆ। ਠੀਕ ਹੈ, ਆਪਾਂ ਇਹਦੀ ਫਾਰਮੇਸ਼ਨ ਕਰਨੀ ਹੈ। ਹੁਣ ਕਿਵੇਂ? ਸਭ ਤੋਂ ਪਹਿਲਾਂ ਇਹਦਾ ਐਟੋਮਿਕ ਨੰਬਰ ਕਿੰਨਾ ਹੁੰਦਾ ਆਪਣੇ ਕੋਲੇ? ਮੈਂ ਗੱਲ ਕਰ ਰਿਹਾ ਐਟੋਮਿਕ ਨੰਬਰ ਦੀ, ਮਾਸ ਦੀ ਨਹੀਂ। ਠੀਕ ਹੈ, ਐਟੋਮਿਕ ਨੰਬਰ ਆਪਣੇ ਕੋਲ ਕਿੰਨਾ? 8 ਹੈ। ਕਲੀਅਰ ਹੈ? ਐਟੋਮਿਕ ਨੰਬਰ ਕਿੰਨਾ ਆਪਣੇ ਕੋਲੇ? 8 ਹੈ। ਹੁਣ ਉਸ ਤੋਂ ਬਾਅਦ ਕੀ ਕਰਾਂਗੇ ਆਪਾਂ? ਇਹਨੂੰ ਐਕਸਪੈਂਡ ਕਰ ਲਾਂਗੇ। 2 ਤੇ 6। ਕਲੀਅਰ ਹੋ ਗਿਆ? ਹੁਣ 2 ਤੇ 6 ਹੋ ਗਏ ਆਪਣੇ ਕੋਲੇ। ਹੁਣ ਇਹਨੂੰ ਕਿੰਨੇ ਚਾਹੀਦੇ ਆ? ਵੈਲੈਂਸ ਸ਼ੈਲ ਚ ਕਿੰਨੇ ਆ? 6 ਆ। ਇਹਨੂੰ ਚਾਹੀਦੇ ਕਿੰਨੇ ਆ? 2 ਹੈ। ਤੇ 2 ਲੈ ਕੇ ਕੀ ਹੋ ਜਾਊਗਾ? ਪੂਰਾ ਹੋ ਜਾਊਗਾ। ਠੀਕ ਹੈ, ਦੇਣੇ ਨੇ ਹੈ ਨਹੀਂ ਕਿਉਂਕਿ ਨੋਨ ਮੈਟਲ ਹੈ। ਇਹ ਕਹੂਗਾ ਜੀ ਅਸੀਂ ਤਾਂ ਸ਼ੇਅਰ ਨਹੀਂ ਕਰਦੇ, ਅਸੀਂ ਤਾਂ ਗੇਨ ਕਰਾਂਗੇ। ਹੁਣ ਇਹ ਕੀ ਕਰੀ ਜਾਂਦਾ? ਫਿਰ ਲੱਭੀ ਜਾਂਦਾ। ਇਹਨੂੰ ਰਸਤੇ 'ਚ ਕੌਣ ਮਿਲ ਗਿਆ? ਇਹਦੇ ਨਾਲ ਦਾ ਸਾਥੀ ਮਿਲ ਗਿਆ। ਇਹਨੂੰ ਵੀ 2 ਚਾਹੀਦੇ ਆ, ਉਹਨੂੰ ਵੀ 2 ਚਾਹੀਦੇ ਆ। ਇਹਨੇ ਆਪਦੇ ਵਾਲੇ 2 ਉਹਨੂੰ ਦੇਤੇ, ਉਹਦੇ ਵਾਲੇ 2 ਇਹਨੇ ਲੈ ਲਏ, ਤਾਂ ਇਹ ਕੀ ਬਣ ਗਿਆ? O2। ਹੁਣ ਇੱਥੇ ਕਿੰਨੇ ਪੇਅਰ ਸ਼ੇਅਰ ਹੋਈ ਜਾਂਦੇ ਆ? 2, ਕਿਉਂਕਿ 2 ਉਹ ਦੇਈ ਜਾਂਦਾ, 2 ਉਹ ਦੇਈ ਜਾਂਦਾ। ਠੀਕ ਹੈ, 4 ਪੇਅਰ ਕਿੰਨੇ ਆ? 2 ਆ, ਤਾਂ ਕਰਕੇ 2 ਡੰਡੀਆਂ ਲੱਗੀਆਂ। ਇਹਨੂੰ ਕੀ ਲਿਖ ਦਾਂਗੇ? O2। ਕਲੀਅਰ ਹੋ ਗਿਆ? 2 ਪੇਅਰ ਸ਼ੇਅਰ ਕਰ ਰਹੇ ਆ। ਧਿਆਨ ਨਾਲ ਡੰਡੀ ਜਿਹੜੀਆਂ ਵਿੱਚ ਲਾਈਨਾਂ ਮਾਰੀ ਜਾਂਦਾ ਨਾ ਮੈਂ, ਇਹਨਾਂ ਨੂੰ ਧਿਆਨ ਰੱਖਣਾ ਹੈ। ਠੀਕ ਹੈ, ਹੋਰ ਕੁਝ ਨਹੀਂ ਧਿਆਨ ਰੱਖਣਾ। ਹੁਣ ਆ ਜਾਓ ਅੱਗੇ। ਫਿਰ ਹੁਣ ਆਪਾਂ ਕੀ ਲਿਖਦੇ ਆ? ਨਾਈਟ੍ਰੋਜਨ, ਨਾਈਟ੍ਰੋਜਨ। ਇਹਨੂੰ ਕੀ ਲਿਖਦੇ ਆ ਆਪਾਂ? N2। ਇਹਦਾ ਮੋਲੀਕੂਲਰ ਫਾਰਮ ਇਹਦੀ ਕੀ ਹੈ? N2 ਹੈ। ਹੁਣ ਇਹਨੂੰ ਕੀ ਕਰਾਂਗੇ? ਇਹਦਾ ਐਟੋਮਿਕ ਨੰਬਰ ਦੱਸੋ ਮੈਨੂੰ ਕਿੰਨਾ ਹੁੰਦਾ? ਇਹਦਾ ਐਟੋਮਿਕ ਨੰਬਰ ਕਿੰਨਾ ਹੁੰਦਾ ਆਪਣੇ ਕੋਲੇ? ਉਹ ਹੁੰਦਾ 7। ਠੀਕ ਹੈ, 2 ਤੇ 5। ਹੁਣ 3 ਦੀ ਫਿਰ ਘੱਟ ਚੱਲੀ ਜਾਂਦੀ ਹੈ। ਠੀਕ ਹੈ, 3 ਦੀ ਫਿਰ ਘੱਟ ਚੱਲੀ ਜਾਂਦੀ ਹੈ। ਹੁਣ ਤੁਸੀਂ ਕਹੋਗੇ ਸਰ ਇੱਥੇ ਤਾਂ 3 ਚਾਹੀਦੇ, ਤੁਸੀਂ 2 ਕਿਉਂ ਲਿਖਿਆ? ਇੱਥੇ ਇਹੀ ਚੀਜ਼ ਕਨਫਿਊਜ਼ ਕਰਦੀ ਹੈ ਬੱਚਿਆਂ ਨੂੰ। 2 ਤਾਂ ਲਿਖਿਆ ਕਿਉਂਕਿ ਇਹਦੇ ਵਿੱਚ 2 ਐਟਮ ਹੈ ਨਾਈਟ੍ਰੋਜਨ ਦੇ। ਠੀਕ ਹੈ, ਹੁਣ ਦੇਖੋ ਕਿਵੇਂ? ਇਹਨੂੰ 3 ਚਾਹੀਦੇ ਆ, ਇਹਨੂੰ ਵੀ 3 ਚਾਹੀਦੇ ਆ। ਠੀਕ ਹੈ, ਤਾਂ ਹੁਣ ਆਪਣੇ ਕੋਲ ਕੀ ਹੈ? ਇੱਕ ਚੀਜ਼ ਦਾ ਧਿਆਨ ਦੇਣਾ, ਪੇਅਰ ਕਿੰਨੇ ਸ਼ੇਅਰ ਹੋਣਗੇ? 1 2 ਤੇ 3। 3 ਪੇਅਰ ਸ਼ੇਅਰ ਹੋ ਕੇ ਕੀ ਬਣਾਉਣਗੇ? 2 N2 ਰਲ ਜਾਣਗੇ। ਠੀਕ ਹੈ, ਕਲੀਅਰ ਹੋ ਗਿਆ? ਉੱਥੇ N3 ਨਾ ਕਰਿਆ ਜਾਓ ਗਲਤ। ਕਲੀਅਰ ਹੋ ਗਿਆ? ਹੁਣ
जे लाइना पूछे जाए तो 3 आएंगे, क्योंकि इन्होंने 3 चाहिए है एटम, इलेक्ट्रॉन सॉरी, ठीक है 3 इलेक्ट्रॉन चाहिए इन्होंने, तो एटम कितने बननगे फिर 2 बननगे। क्लियर हो जाती है ना चीज़ा, कुछ भी औखा नहीं है, कुछ भी किमें औखा होंगे, ठीक है कुछ भी नहीं औखा है। लास्ट वाला एक होर कर लो तो फिर थोड़ा चंगी तरह समझ लग जूगा, ठीक है। हम आप बनाना मीथेन, मीथेन ठीक है, मीथेन किमें बनता है CH4। क्लियर है, बस इन्ना ध्यान देना, ਇਹਦੇ ਚ ਨਾ ਕਨਫਿਊਜ਼ ਹੋ ਜਾਓ ਕਿ CH ਇਧਰੋਂ ਤੁਰਿਆ ਜਾਂਦਾ CH ਉਧਰੋਂ ਤੁਰਿਆ ਜਾਂਦਾ। ਮੈਂ ਤਾਂ ਹੀ ਕਰਾਉਣ ਲੱਗਿਆ ਡਿਫਰੈਂਸ ਹੈ ਇਹਦੇ ਵਿੱਚ। ਕਿਉਂ ਡਿਫਰੈਂਸ ਹੈ, ਆਪਾਂ ਕੀ ਕਰੀ ਜਾਂਦੇ ਆ ਕਾਰਬਨ, ਠੀਕ ਹੈ ਇਹਦੇ ਨਾਲ ਕਿਹੜਾ ਜੁੜਿਆ ਹੋਇਆ ਹਾਈਡਰੋਜਨ, ਧਿਆਨ ਨਾਲ ਸੁਣ ਲਿਓ ਹੁਣ, ਠੀਕ ਹੈ ਇਹਦੇ ਨਾਲ ਕਿਹੜਾ ਜੁੜਿਆ ਹੋਇਆ ਆਪਣੇ ਕੋਲੇ ਹਾਈਡਰੋਜਨ ਜੁੜਿਆ ਹੋਇਆ। ਕਲੀਅਰ ਹੈ, ਹੁਣ ਦੇਖੋ ਕਾਰਬਨ ਦਾ ਐਟੋਮਿਕ ਨੰਬਰ ਕਿੰਨਾ 6, ਇਹਦਾ ਕਿੰਨਾ ਹੈ ਹਾਈਡਰੋਜਨ ਦਾ 1। ਧਿਆਨ ਨਾਲ ਸੁਣੀ ਚੱਲਿਓ, ਇੱਥੇ ਆਪਾਂ ਕਰਨ ਕੀ ਜਾ ਰਹੇ ਹਾਂ। ਹੁਣ ਦੇਖੋ ਇਹਨੂੰ ਕਿੰਨੇ ਚਾਹੀਦੇ ਆ, ਇਹਦੀ ਪਹਿਲਾਂ ਆਪਾਂ ਐਟਮ ਕਨਫੀਗਰੇਸ਼ਨ ਲਿਖਾਂਗੇ 2 ਤੇ 4, ਇਹਨੂੰ ਕਿੰਨੇ ਚਾਹੀਦੇ ਆ ਫਿਰ 4 ਚਾਹੀਦੇ ਆ। ਹਾਈਡਰੋਜਨ ਕੋਲ ਤਾਂ ਵਿਚਾਰੇ ਕੋਲ ਹੈ ਹੀ ਇੱਕ, ਠੀਕ ਹੈ ਤਾਂ ਇਹ ਕੀ ਕਰੂਗਾ। ਹੁਣ ਦੇਖੋ ਕਾਰਬਨ ਕੀ ਹੈ ਰਸਤੇ ਤੁਰਿਆ ਜਾਂਦਾ ਸੀ, ਰਸਤੇ 'ਚ ਇਹਨੂੰ ਕੌਣ ਮਿਲ ਗਿਆ ਹਾਈਡਰੋਜਨ। ਹਾਈਡਰੋਜਨ ਕਹਿੰਦਾ ਐ ਕਰੋ ਮੇਰੇ ਕੋਲ ਤੁਹਾਨੂੰ 4 ਚਾਹੀਦੇ ਆ, ਇੱਕ ਮੇਰੇ ਤੋਂ ਲੈ ਲਓ, ਚਲ ਕੋਈ ਗੱਲ ਨਹੀਂ ਮੈਂ ਐਡਜਸਟਮੈਂਟ ਕਰ ਲੂੰਗਾ, ਇੱਕ ਮੈਨੂੰ ਚਾਹੀਦਾ ਤੁਸੀਂ ਦੇ ਦਿਓ ਮੇਰੇ ਵਾਲਾ ਇੱਕ, ਤੇ ਆਪਾਂ ਐਡਜਸਟਮੈਂਟ ਕਰ ਲੈਂਦੇ ਆ। ਹੁਣ ਇਹਦੇ ਕੋਲ ਤਾਂ ਆਪਦੇ ਪੂਰੇ ਹੋ ਗਏ, ਤੇ ਇਹਨੂੰ ਹੋਰ ਕਿੰਨੇ ਚਾਹੀਦੇ ਆ, ਇਹਨੂੰ 3 ਚਾਹੀਦੇ ਆ। ਇੱਕ ਹੋਰ ਹਾਈਡਰੋਜਨ ਬੁਲਾ ਲਿਆ ਉਹਨੇ, ਉਹ ਕਹਿੰਦਾ ਜੀ ਇੱਕ ਹੋਰ ਮੇਰਾ ਬੇਲੀ ਹੈਗਾ ਉਹਦੇ ਤੋਂ ਵੀ ਲੈ ਲਓ ਤੁਸੀਂ, ਇਹ ਵੀ ਪੂਰਾ ਹੋ ਗਿਆ, ਇਹ ਵੀ ਪੂਰਾ ਹੋ ਗਿਆ, ਇਹਨੂੰ ਰਹਿ ਗਏ 2, ਠੀਕ ਹੈ। ਹੁਣ ਇਹਨੇ ਇੱਕ ਹੋਰ ਬੁਲਾ ਲਿਆ, ਇਹ ਕਹਿੰਦਾ ਜੀ ਚਲੋ ਤੁਸੀਂ ਐ ਕਰੋ ਇੱਕ ਹੋਰ ਲੈ ਲਓ ਮੇਰੇ ਬੇਲੀ ਤੋਂ, ਤੇ ਉਹਨੂੰ ਵੀ ਪੂਰਾ ਕਰ ਦਿਓ, ਉਹਨੂੰ ਵੀ ਚਾਹੀਦੀ ਆ। ਫਿਰ ਇਹਦੇ ਕੋਲ ਰਹਿ ਗਿਆ 1, ਠੀਕ ਹੈ ਉਹਨੇ ਇੱਕ ਹੋਰ ਬੁਲਾ ਲਿਆ, ਇੱਥੇ ਬਣ ਕੇ ਕੀ ਹੋ ਗਿਆ 4 ਉਹਦੇ ਕੋਲ ਪੂਰੇ ਹੋ ਗਏ। ਵੇਖਿਆ ਤੁਸੀਂ ਬੁੱਕ ਤੇ ਡਾਇਗਰਾਮ ਬਣੀ ਹੋਈ, ਉਹ ਇਹੀ ਕੋਵਲੈਂਟ ਬੌਂਡ ਹੈ ਇਹ, ਠੀਕ ਹੈ। ਹੁਣ ਕੀ ਬਣ ਗਿਆ ਇਹ C ਠੀਕ ਹੈ ਤੇ H ਕਿੰਨੇ ਆ 4 ਹੈ, ਠੀਕ ਹੈ ਇੱਥੇ ਆਪਣੇ ਕੋਲ ਕੀ ਬਣ ਗਿਆ CH4। ਹੁਣ ਕੀ ਹੋ ਗਿਆ, ਹੁਣ ਦੂਸਰੇ ਐਟਮ ਦੇ ਨਾਲ ਕੋਵਲੈਂਟ ਬੌਂਡ ਕਰ ਰਿਹਾ ਕਾਰਬਨ। ਪਹਿਲਾਂ ਕੀ ਸੀ ਇੱਕ ਆਪਸ ਦੇ ਵਿੱਚ ਕਰੀ ਜਾਂਦੇ ਸੀਗੇ, ਠੀਕ ਹੈ ਪਹਿਲਾਂ ਕੀ ਕਰੀ ਜਾਂਦਾ ਸੀ C ਦੇ ਨਾਲ C ਮਿਲ ਕੇ C2 ਬਣਾਈ ਜਾਂਦਾ ਜਾਂ 4 ਬਣਾਈ ਜਾਂਦਾ, O ਦੇ ਨਾਲ O ਮਿਲ ਕੇ O2 ਬਣਾਈ ਜਾਂਦਾ, ਠੀਕ ਹੈ N ਦੇ ਨਾਲ N ਮਿਲ ਕੇ N2 ਬਣਾਈ ਜਾਂਦਾ। ਹੁਣ ਇੱਥੇ ਹੋਰ ਕਾਰਬਨ ਦੇ ਨਾਲ ਕਾਰਬਨ ਹੋਰ ਐਟਮ ਦੇ ਨਾਲ ਮਿਲ ਕੇ ਕੀ ਬਣਾਈ ਜਾਂਦਾ ਕੋਵਲੈਂਟ ਬੌਂਡ ਬਣਾਈ ਜਾਂਦਾ। ਹੁਣ ਬਹੁਤ ਬੱਚਿਆਂ ਦੇ ਦਿਮਾਗ 'ਚ ਪਤਾ ਕੀ ਹੋਊਗਾ, ਹੁਣ ਇੱਕ ਚੀਜ਼ ਜਿਹੜੀ ਬਹੁਤ ਯੂਜ਼ 'ਚ ਆਉਂਦੀ ਹੈ ਆਪਣੇ, ਉਹ ਹੈ CO2, ਠੀਕ ਹੈ ਉਹ ਕੀ ਹੈ CO2। ਹੁਣ ਇਹ ਬਣਦੀ ਕਿਵੇਂ ਹੈ, ਠੀਕ ਹੈ ਇਹ ਕਿਵੇਂ ਬਣਦੀ ਹੈ। ਹੁਣ ਫਿਰ ਉਹੀ ਫੰਡਾ, ਕਾਰਬਨ ਇਹਦੇ ਵਿੱਚ ਐਡ ਹੈ, ਕਾਰਬਨ ਦਾ ਕਿੰਨਾ ਹੁੰਦਾ 2 ਤੇ 4, ਠੀਕ ਹੈ ਇਹਦਾ ਕਨਫੀਗਰੇਸ਼ਨ ਕਿੰਨਾ ਹੁੰਦਾ 2 ਤੇ 4। ਆਕਸੀਜਨ ਦਾ ਕਿੰਨਾ ਹੁੰਦਾ ਆਪਣੇ ਕੋਲੇ, ਆਕਸੀਜਨ ਦਾ ਆਪਣੇ ਕੋਲ ਹੁੰਦਾ ਹੁਣੇ ਕੀਤਾ ਸੀਗਾ, ਜਲਦੀ ਜਲਦੀ ਕਮੈਂਟ ਕਰਕੇ ਦੱਸੋ ਕਿ ਕਿੰਨਾ ਹੁੰਦਾ ਆਕਸੀਜਨ ਦਾ। ਆਕਸੀਜਨ ਦਾ ਹੁੰਦਾ ਆਪਣੇ ਕੋਲੇ 8, ਠੀਕ ਹੈ ਆਕਸੀਜਨ ਦਾ 8 ਹੈ ਤਾਂ ਆਕਸੀਜਨ ਦੇ ਵਿੱਚ ਕੀ ਬਣ ਗਿਆ 2 ਤੇ 6। ਧਿਆਨ ਦੇਣਾ ਬਸ, ਹੋਰ ਕੁਝ ਵੀ ਨਹੀਂ ਕਰਨਾ, ਸਿਰਫ ਧਿਆਨ ਦੇਣਾ। ਹੁਣ ਇਹਨੂੰ ਕਾਰਬਨ ਨੂੰ ਕਿੰਨੇ ਚਾਹੀਦੇ ਆ 4 ਚਾਹੀਦੇ ਆ, ਆਕਸੀਜਨ ਨੂੰ ਕਿੰਨੇ ਚਾਹੀਦੇ ਆ 2 ਚਾਹੀਦੇ ਆ। ਚਲੋ ਕਾਰਬਨ ਫਿਰ ਤੁਰਿਆ ਜਾਂਦਾ, ਕਾਰਬਨ ਕੋਲ ਕੀ ਰਸਤੇ 'ਚ ਆਕਸੀਜਨ ਮਿਲ ਗਿਆ, ਉਹ ਕਹਿੰਦੇ ਮੈਨੂੰ ਚਾਹੀਦੇ ਜੀ 2, ਉਹਨੇ 2 ਇਹਨੂੰ ਦੇ 2 ਉਹਦੇ ਤੋਂ ਲੈ ਲੇ, ਆਕਸੀਜਨ ਕੀ ਹੈ ਪੂਰਾ ਹੋ ਗਿਆ। ਪਰ ਇਹਨੂੰ ਚਾਹੀਦੇ ਸੀ 4, ਇਹਦੇ ਕੋਲ ਹਜੇ ਵੀ 2 ਬਾਕੀ ਹੈ, ਤੇ ਪਿੱਛੇ ਇੱਕ ਹੋਰ ਆਕਸੀਜਨ ਤੁਰਿਆ ਆਉਂਦਾ ਸੀ, ਉਹ ਕਹਿੰਦਾ ਜੀ ਮੇਰੇ ਤੋਂ ਵੀ 2 ਲੈ ਲਓ ਤੁਸੀਂ, ਮੈਨੂੰ ਵੀ 2 ਦੇ ਦਿਓ, ਤੇ ਇਹ ਹੋ ਗਿਆ ਪੂਰਾ। ਤਾਂ ਕਰਕੇ C ਕਿੰਨਾ ਆਪਣੇ ਕੋਲੇ 1 ਹੈ ਤੇ O ਕਿੰਨੇ ਆਪਣੇ ਕੋਲੇ 2 ਹੈ, ਇਹ ਕੀ ਬਣ ਗਿਆ CO2। ਕਲੀਅਰ ਹੋ ਗਿਆ, ਕਲੀਅਰ ਹੋ ਗਿਆ। ਜਿਹੜੀਆਂ ਚੀਜ਼ਾਂ ਮੈਂ ਦੱਸੀ ਹੈ ਨਾ, ਇਹ 2 ਲਾਈਨਾਂ ਕਿਉਂ ਮਾਰੀਆਂ, 2 ਪੇਅਰ ਇਹਦੇ ਨਾਲ ਸ਼ੇਅਰ ਕਰੀ ਜਾਂਦਾ, 2 ਪੇਅਰ ਇਹਦੇ ਨਾਲ ਸ਼ੇਅਰ ਕਰੀ ਜਾਂਦਾ। ਕਲੀਅਰ ਹੋ ਗਿਆ, ਹੁਣ ਤਾਂ ਨਹੀਂ ਕਿਸੇ ਨੂੰ ਡਾਊਟ ਰਹਿਣਾ ਚਾਹੀਦਾ। ਹੁਣ ਦੇਖੋ ਬਸ ਲਾਸਟ ਹੀ ਹੈ 2-4 ਮਿੰਟ ਦਾ, ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਨਾਲ ਇਹਦੇ ਜੁੜਦਾ ਕਨਸੈਪਟ ਆ ਉਹ ਲੈਂਥੀ ਹੈ, ਤਾਂ ਉਹਨੂੰ ਬਾਅਦ 'ਚ ਤੁਹਾਨੂੰ ਅਗਲੇ ਲੈਕਚਰ 'ਚ ਕਰਾ ਦੂੰਗਾ। ਹੁਣ ਦੇਖੋ, ਹੁਣ ਜੇ ਤੁਹਾਨੂੰ ਕੋਈ ਪੁੱਛ ਲੇ ਕਿ ਜਿਹੜੀ ਚੀਜ਼ ਦਾ ਕੋਵਲੈਂਟ ਬੌਂਡ ਬਣਾਉਣੇ ਆਪਾਂ, ਜਾਂ ਕੋਵਲੈਂਟ ਬੌਂਡ ਕਹਿੰਦੇ ਆ, ਠੀਕ ਹੈ ਕੋਵਲੈਂਟ ਬੌਂਡ ਬਣਾਉਂਦੇ ਆ ਜਿਹੜੀ ਚੀਜ਼ ਦਾ ਆਪਾਂ, ਤੇ ਉਹਦਾ ਬੋਇਲਿੰਗ ਤੇ ਮੈਲਟਿੰਗ ਪੁਆਇੰਟ ਕਿੰਨਾ ਕੁ ਹਾਈ ਹੁੰਦਾ, ਬੋਇਲਿੰਗ ਪੁਆਇੰਟ ਤੇ ਮੈਲਟਿੰਗ ਪੁਆਇੰਟ ਕਿੰਨਾ ਕੁ ਹਾਈ ਹੁੰਦਾ। ਚਲੋ ਇਹ ਪੁੱਛ ਲੈਣ ਤੁਹਾਨੂੰ, ਤਾਂ ਉਹਨਾਂ ਦਾ ਕੀ ਹੁੰਦਾ ਘੱਟ ਹੁੰਦਾ, ਠੀਕ ਹੈ ਘੱਟ ਹੁੰਦਾ। ਕਿਉਂ, ਬੋਇਲਿੰਗ ਤੇ ਮੈਲਟਿੰਗ ਪੁਆਇੰਟ ਵੀ ਘੱਟ ਹੁੰਦਾ, ਠੀਕ ਹੈ। ਇੱਕ ਇਹ ਕੀ ਹੁੰਦੇ ਆ ਪੂਅਰ ਕੰਡਕਟਰ ਹੁੰਦੇ ਆ ਇਲੈਕਟ੍ਰਿਸਿਟੀ ਦੇ, ਪੂਅਰ ਕੰਡਕਟਰ ਹੁੰਦੇ ਆ ਇਲੈਕਟ੍ਰਿਸਿਟੀ ਦੇ। ਹੁਣ ਇਹਦਾ ਵੀ ਰੀਜ਼ਨ ਕੀ ਹੈ ਜੀ, ਇਹ ਕਿਉਂ ਪੂਅਰ ਕੰਡਕਟਰ ਹੁੰਦੇ ਆ ਇਲੈਕਟ੍ਰਿਸਿਟੀ ਦੇ, ਠੀਕ ਹੈ। ਹੁਣ ਦੇਖੋ ਹੁਣ ਇਹ ਕੀ ਕਰੀ ਜਾਂਦੇ ਆ, ਇਹਨਾਂ ਕੋਲ ਪਹਿਲਾਂ
ਕਿਸੇ ਕੋਲੇ 4 ਚੀਜ਼ਾਂ ਹੁੰਦੀਆਂ, ਕਿਸੇ ਕੋਲ 2 ਚੀਜ਼ਾਂ ਹੁੰਦੀਆਂ, ਕਿਸੇ ਕੋਲ 4 ਚੀਜ਼ਾਂ ਹੁੰਦੀਆਂ, ਠੀਕ ਹੈ। ਉਹ ਕੀ ਕਰਦੇ ਆ, ਇੱਕ ਦੂਜੇ ਨਾਲ ਸ਼ੇਅਰ ਕਰ ਲੈਂਦੇ ਆ। ਤੇ ਜਦੋਂ ਸ਼ੇਅਰ ਕਰਾਂਗੇ ਤਾਂ ਓਬਵੀਅਸ ਜੀ ਗੱਲ ਹੈ ਕਿ ਉਸ ਚੀਜ਼ ਦੀ ਕੈਪੈਸਿਟੀ ਜਿਹੜੀ ਕੀ ਆ ਉਹ ਵੰਡੀ ਜਾਊਗੀ ਵਾਧੂ ਜਗ੍ਹਾ ਤੇ। ਕਿੱਥੇ ਤਾਂ ਤੁਸੀਂ ਕੱਲਿਆਂ ਨੇ 2 ਚੀਜ਼ਾਂ ਖਾਣੀਆਂ, ਕਿੱਥੇ ਤੁਸੀਂ ਇੱਕ ਇੱਕ ਚੀਜ਼ ਖਾਣੀ, ਠੀਕ ਹੈ। ਤਾਂ ਕਰਕੇ ਬਸ ਸਿੱਧਾ ਹੀ ਫੰਡਾ ਇਹਦਾ ਕਿ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਤੇ ਕੰਡਕਟ ਆਫ ਇਲੈਕਟ੍ਰਿਸਿਟੀ ਘੱਟ ਹੁੰਦੀ ਹੈ, ਇਹਨਾਂ ਦੀ ਸਮਰੱਥਾ ਘੱਟ ਹੁੰਦੀ ਹੈ ਬਸ ਹਰੇਕ ਪਾਸੇ, ਕਿਉਂਕਿ ਇਹ ਬੌਂਡ ਬਣਾ ਕੇ ਸ਼ੇਅਰ ਕਰਕੇ ਕਰੀ ਜਾਂਦੇ ਚੀਜ਼ਾਂ। ਇਹਦੇ ਚ ਨਾ ਤਾਂ ਕੋਈ ਚੀਜ਼ ਨਵੀਂ ਬਣੀ ਜਾਂਦੀ ਹੈ ਤੇ ਨਾ ਹੀ ਕੋਈ ਚੀਜ਼ ਡਿਸਟਰੋਈ ਹੋ ਜਾਂਦੀ ਹੈ, ਉਹੀ ਚੀਜ਼ਾਂ ਨੂੰ ਵਰਤੀ ਜਾਂਦੇ ਇੱਕ ਦੂਜੇ ਦੀਆਂ ਲੈ ਲੈ ਕੇ, ਬਸ ਸਿੱਧਾ ਫੰਡਾ ਇਹਦਾ, ਹੋਰ ਕੁਝ ਵੀ ਨਹੀਂ, ਠੀਕ ਹੈ। ਹੁਣ ਆਪਣੇ ਕੋਲ ਕੀ ਹੈ, ਕੋਵਲੈਂਟ ਕੰਪਾਊਂਡ। ਕੋਵਲੈਂਟ ਕੰਪਾਊਂਡ ਕੀ ਹੁੰਦੇ ਆਪਣੇ ਕੋਲੇ, ਮੈਂ ਦੱਸਿਆ ਸੀ ਤੁਹਾਨੂੰ। ਹੁਣ ਇਹਦੇ ਵਿੱਚ ਕੀ ਹੈ, ਕੈਮਿਸਟਰੀ ਵਿੱਚ ਨਾ ਚਾਰਜ ਨੂੰ ਕੈਰੀ ਕਰਨ ਵਾਲੇ ਜਿਹੜੇ ਹੁੰਦੇ ਆ ਨਾ, ਆਇਨ ਹੁੰਦੇ ਆ। ਧਿਆਨ ਨਾਲ ਸੁਣ ਲਿਓ, ਕੈਮਿਸਟਰੀ ਦੇ ਵਿੱਚ ਬਸ ਆ ਲਾਸਟ ਟੌਪਿਕ ਹੀ ਹੈ। ਕੈਮਿਸਟਰੀ ਦੇ ਵਿੱਚ ਚਾਰਜ ਨੂੰ ਜਿਹੜਾ ਕਹਿ ਲੋ ਕੈਰੀ ਕਰਦੇ ਆ, ਕੈਰੀ ਕਰਨ ਵਾਲੇ ਕੀ ਹੁੰਦੇ ਆ, ਆਇਨਸ ਹੁੰਦੇ ਆ। ਆਇਨਸ ਪਤਾ ਨਾ ਕਿਹੜੇ ਕਰਾਏ ਸੀ ਮੈਂ, ਠੀਕ ਹੈ, ਕੈਟਾਇਨ ਤੇ ਐਨਾਇਨ ਵਾਲੇ, ਪੋਜ਼ਿਟਿਵ ਤੇ ਨੈਗੇਟਿਵ ਵਾਲੇ, ਠੀਕ ਹੈ। 2 ਤਰ੍ਹਾਂ ਦੇ ਹੁੰਦੇ ਆ ਨਾ, ਇੱਕ ਹੁੰਦਾ ਐਨਾਇਨ, ਇੱਕ ਹੁੰਦਾ ਕੈਟਾਇਨ, ਇੱਕ ਹੁੰਦਾ ਐਨਾਇਨ। ਪੋਜ਼ਿਟਿਵ ਵਾਲਾ ਜਿਹਦੇ ਪ੍ਰੋਟੋਨ ਜ਼ਿਆਦਾ ਹੁੰਦੇ ਤੇ ਇਹਦੇ ਨੈਗੇਟਿਵ ਵਾਲੇ ਜਿਹਦੇ ਇਲੈਕਟ੍ਰੋਨ ਚਾਰਜ ਜ਼ਿਆਦਾ ਹੁੰਦਾ, ਠੀਕ ਹੈ। ਆਪਦੇ ਉੱਪਰ ਚਾਰਜ ਕੈਰੀ ਕਰਦੇ ਆ। ਹੁਣ ਜਦੋਂ ਆਇਨਸ ਫਲੋ ਕਰ ਰਹੇ ਆ, ਠੀਕ ਹੈ, ਮਤਲਬ ਕੀ ਹੈ, ਚਾਰਜ ਫਲੋ ਕਰੀ ਜਾਂਦੇ ਆ। ਜੇ ਫਲੋ ਕਰੀ ਜਾਂਦਾ ਮਤਲਬ ਪੋਜ਼ਿਟਿਵ ਚਾਰਜ ਫਲੋ ਹੋਈ ਜਾਂਦਾ, ਜੇ ਫਲੋ ਕਰੀ ਜਾਂਦਾ ਮਤਲਬ ਨੈਗੇਟਿਵ ਚਾਰਜ ਫਲੋ ਹੋਈ ਜਾਂਦਾ। ਉਸ ਤੋਂ ਬਾਅਦ ਕੀ ਹੈ, ਇਹ ਕੀ ਕਰੀ ਜਾਂਦੀ ਹੈ, ਇਲੈਕਟ੍ਰਿਸਿਟੀ ਕੰਡਕਟ ਕਰੀ ਜਾਂਦੇ ਆ, ਠੀਕ ਹੈ। ਹੁਣ ਜਦੋਂ ਨਾ ਤਾਂ ਆਪਾਂ ਕਿਸੇ ਤੋਂ ਪ੍ਰੋਟੋਨ ਲਏ ਆ ਤੇ ਨਾ ਹੀ ਕਿਸੇ ਨੂੰ ਦਿੱਤੇ, ਤਾਂ ਇਹਦੀ ਇਲੈਕਟ੍ਰਿਸਿਟੀ ਕੰਡਕਟ ਕਰਨ ਦੀ ਜਿਹੜੇ ਕੋਵਲੈਂਟ ਬੌਂਡ ਹੈ ਉਹਦੀ ਕੀ ਹੋਊਗੀ, ਕਹਿ ਲੋ ਕੈਪੈਸਿਟੀ ਕੀ ਹੋਊਗੀ, ਉਹ ਘੱਟ ਹੋਊਗੀ। ਬਸ ਇਹ ਐਗਜ਼ਾਮਪਲ ਸੀ ਜਿਹੜੀ ਮੈਂ ਤੁਹਾਨੂੰ ਦੇਣੀ ਸੀ, ਠੀਕ ਹੈ। ਹੁਣ ਉਸ ਤੋਂ ਬਾਅਦ ਕੀ ਹੈ, ਕੋਵਲੈਂਟ ਬੌਂਡ ਕੰਪਾਊਂਡ ਕਿਵੇਂ ਬਣਦੇ ਆ, ਕੋਵਲੈਂਟ ਕੰਪਾਊਂਡ ਕਿਵੇਂ ਬਣਦੇ ਆ ਆਪਣੇ ਕੋਲ ਇੱਥੇ ਮਾੜਾ ਜਿਹਾ ਬਸ ਦੱਸ ਦੇਣਾ ਤੁਹਾਨੂੰ ਮੈਂ। ਕਾਹਦੇ ਨਾਲ ਬਣਦੇ ਆ, ਜਦੋਂ ਆਪਾਂ ਕੀ ਕਰਦੇ ਆ, ਇਲੈਕਟ੍ਰੋਨ ਸ਼ੇਅਰ ਕਰਦੇ ਆ, ਇਲੈਕਟ੍ਰੋਨ ਸ਼ੇਅਰ ਕਰਦੇ ਆ, ਠੀਕ ਹੈ। ਹੁਣ ਇਸ ਵਿੱਚ ਨਾ ਤਾਂ ਕੀ ਹੁੰਦਾ, ਨਾ ਤਾਂ ਆਪਾਂ ਕੀ ਇਲੈਕਟ੍ਰੋਨ ਲੈਣੇ ਆ ਪੂਰੀ ਤਰ੍ਹਾਂ ਤੇ ਨਾ ਹੀ ਆਪਾਂ ਦਿੰਨੇ ਆ। ਜੇਕਰ ਆਇਨਸ ਹੈ ਨਾ ਹੀ ਬਣੇ, ਠੀਕ ਹੈ, ਤਾਂ ਉਹਨਾਂ ਵਿੱਚ ਚਾਰਜ ਕੀ ਹੈ, ਨਹੀਂ ਆਊਗਾ, ਠੀਕ ਹੈ। ਉਹਨਾਂ ਵਿੱਚ ਚਾਰਜ ਵੀ ਕੀ ਹੈ, ਨਹੀਂ ਆਊਗਾ। ਤਾਂ ਕੰਪਾਊਂਡ ਵੀ ਕੀ ਹੁੰਦੇ ਆ, ਪੂਅਰ ਕੰਡਕਟਰ ਹੁੰਦੇ ਆ। ਜੇ ਤੁਹਾਨੂੰ ਕੰਪਾਊਂਡ ਤੇ ਬੌਂਡ ਦੋਵੇਂ ਚੀਜ਼ਾਂ ਹੀ ਪੁੱਛ ਲੈਣ ਨਾ, ਇਹ ਪੂਅਰ ਕੰਡਕਟਰ ਹੀ ਹੁੰਦੇ ਆ ਬਸ। ਇਹ ਨਾ ਹੋਵੇ ਕਿ ਤੁਹਾਨੂੰ ਕੋਈ ਪੁੱਛ ਲੇ ਕਿ ਕੰਪਾਊਂਡ ਤਾਂ ਹੁੰਦੇ ਆ ਜੀ ਆਪਣੇ ਕੋਲੇ ਪੂਅਰ ਕੰਡਕਟਰ, ਤਾਂ ਦੱਸੋ ਕੋਵਲੈਂਟ ਬੌਂਡ ਕੀ ਹੁੰਦਾ, ਪੂਅਰ ਹੁੰਦਾ ਕਿ ਗੁੱਡ ਕੰਡਕਟਰ ਹੁੰਦਾ, ਤੁਸੀਂ ਉੱਥੇ ਗੁੱਡ ਲਾ ਕੇ ਆ ਜਾਓਗੇ। ਸਰ ਨੇ ਤਾਂ ਕਿਹਾ ਸੀ ਕੱਲਾ ਕੋਵਲੈਂਟ ਬੌਂਡ ਹੁੰਦਾ ਜਿਹੜਾ ਉਹ ਗੁੱਡ ਨਹੀਂ ਹੁੰਦਾ, ਤੇ ਕੰਪਾਊਂਡ ਹੁੰਦਾ ਉਹ ਜਿਹੜਾ ਗੁੱਡ ਹੋਊਗਾ, ਸਰ ਨੇ ਦੱਸਿਆ ਹੀ, ਤਾਂ ਕਰਕੇ ਮੈਂ ਤੇ ਦੱਸਿਆ। ਹੁਣ ਆਪਾਂ ਅੱਗੋਂ ਜਿਹੜੀਆਂ ਚੀਜ਼ਾਂ ਕਰਾਂਗੇ, ਕਾਰਬਨ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਣੀਆਂ ਤੇ ਕਿਹੜੇ ਕਿਹੜੇ ਉਹਨਾਂ ਵਿੱਚ ਸਟਰੈਂਥ ਯੂਜ਼ ਹੋਈ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਅਗਲੇ ਲੈਕਚਰ 'ਚ ਕਰਾਂਗੇ। ਅੱਜ ਤਾਂ ਬੇਸਿਕ ਸੀ, ਮੈਨੂੰ ਤਾਂ ਇਹ ਨਹੀਂ ਸੀਗਾ ਵੀ ਕਿਵੇਂ ਤੁਹਾਨੂੰ ਹੋਰ ਡਿਟੇਲ 'ਚ ਦੱਸਾਂ, ਬਾਕੀ ਫਿਰ ਵੀ ਮੈਂ ਪੂਰੀ ਡਿਟੇਲ ਦੱਸੀ ਹੈ। ਜੇ ਤੁਸੀਂ ਮਾੜੇ ਮੋਟੇ ਵੀ ਐਮਸੀਕਿਊ ਕਰੋਗੇ ਤਾਂ ਇਹਦੇ ਵਿੱਚ ਤੁਹਾਨੂੰ ਸਾਰਾ ਸਮਝ ਆ ਜੂ ਕਿ ਆਪਾਂ ਸਾਰੀਆਂ ਚੀਜ਼ਾਂ ਕੀਤੀਆਂ। ਤੇ ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ, ਤੇ ਕੱਲ ਆਪਾਂ ਕੈਮਿਸਟਰੀ ਬਸ ਤੁਹਾਡੀ ਖਤਮ ਹੋ ਜਾਣੀ ਹੈ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ, ਬਹੁਤ ਬਹੁਤ ਧੰਨਵਾਦ।